ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਣ ਤਰੈ, ਔਰ ਨ ਲੇਤ ਉਧਾਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਰੂਪ ਦੇ ਅੰਦਰ ਸ਼ਲੋਕ 12 ਤੇ ਵਧੀਕ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1427 ਦੇ ਉੱਪਰ ਸੁਭਾਏਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ 21 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਔਰ ਪਿਛਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਜਿਨ੍ਹਾਂ ਦੇ ਵਿੱਚ ਅੱਜ ਸਤਿਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਜਿਹੜੇ ਆਪ ਸੰਸਾਰ ਸਮੁੰਦਰ ਪਾਰ ਲੰਘਣ ਦੇ ਕਾਬਲ ਨੇ ਔਰ ਹੋਰਨਾਂ ਦਾ ਉਧਾਰ ਜਿਹੜੇ ਕਰ ਸਕਦੇ ਨੇ। इतना ख्याल रखिए
ਉਧਾਰ ਉਹੀ ਕਰਵਾ ਸਕਦਾ ਜਿਹੜਾ ਆਪ ਉਧਾਰਿਆ ਹੋਵੇ। ਜੇ ਸੰਸਾਰਕ ਤੌਰ ਤੇ ਵੀ ਆਪਾਂ ਵੇਖਦੇ ਹਾਂ ਤੇ ਸੰਸਾਰਕ ਤੌਰ ਤੇ ਜੇ ਕਿਸੇ ਪਾਣੀ ਦੇ ਸੋਮੇ ਨੂੰ, ਨਦੀ ਨੂੰ, ਨਹਿਰ ਨੂੰ ਤਰਨਾ ਪੈ ਜਾਏ ਤੇ ਕਦੇ ਤਰਨ ਵਾਲੇ ਨੂੰ ਜਦੋਂ ਵੇਖਾਂਗੇ ਤੇ ਉਹਦੇ ਸਰੀਰ ਦਾ ਵਜ਼ਨ ਵੀ ਬੜਾ ਘੱਟ ਹੁੰਦਾ ਔਰ ਉਹ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਕਾਇਆ, ਆਪਣੀ ਸਰੀਰ ਦੇ ਉੱਤੇ ਕੋਈ ਬਹੁਤਾ ਵਜ਼ਨ ਰੱਖ ਕੇ ਤੇ ਨਾ ਤੈਰਨ ਦੀ ਕੋਸ਼ਿਸ਼ ਕਰਾਂ। ਉਹ ਫੇਰ ਸੰਸਾਰਕ ਤੌਰ ਤੇ ਵੀ ਇੱਕ ਤੈਰਾਕ, ਤੈਰਨ ਵਾਲਾ ਤੈਰਨ ਵਾਸਤੇ ਜਾਂਦਾ। ਹੁਣ ਇੱਕ ਡੁੱਬ ਰਹੇ ਇਨਸਾਨ ਨੂੰ ਉਹੀ ਬਾਹਰ ਕੱਢੇਗਾ ਜਿਹੜਾ ਆਪ ਤਰਨਾ ਜਾਣਦਾ ਤੇ ਜਿਹੜਾ ਆਪ ਕਿਨਾਰੇ ਤੇ ਖੜੋਤਾ, ਪਾਰ ਲੰਘਿਆ ਹੋਇਆ ਹੈ। ਡੁੱਬਦੇ ਨੂੰ ਕਦੇ ਡੁੱਬਣ ਵਾਲਾ ਪਾਰ ਨਹੀਂ ਲੰਘਾ ਸਕਦਾ। ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹਦੇ ਆ ਨਾ ਤੇ ਉਹਨਾਂ ਜ਼ਿਕਰ ਕੀ ਕੀਤਾ ਕਿ ਆਪ ਡੁੱਬੇ ਚਾਹੋਂ ਬੇਦ ਮੈਂ ਚੇਲੇ ਦੀਏ ਬਹਾਏ। ਆਪ ਤੇ ਡੁੱਬਿਆ ਹੀ ਡੁੱਬਿਆ, ਆਪਣੇ ਚੇਲੇ ਵੀ ਡੋਬ ਲਏ। ਹੁਣ ਬਾਬਾ ਕਬੀਰ ਜੀ ਦੀ ਜਦੋਂ ਬਾਣੀ ਨੂੰ ਪੜ੍ਹਦੇ ਆ ਤੇ ਉਹਨਾਂ ਬੜਾ ਪਿਆਰਾ ਜ਼ਿਕਰ ਕੀਤਾ ਕਿ ਜਿਹ ਮਾਰਗ ਪੰਡਤ ਗਏ ਪਾਸ਼ਾ ਪਰੀ ਬਹੀਰ, ਇਹ ਕਉ ਘਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਹੁਣ ਸਤਿਗੁਰੂ ਜੀ ਦੀ ਬਾਣੀ ਨੂੰ ਜਦੋਂ ਪੜ੍ਹੋਗੇ ਤੇ ਬਾਬਾ ਕਬੀਰ ਜੀ ਨੇ ਬੜੇ ਪਿਆਰੇ ਜ਼ਿਕਰ ਕੀਤੇ ਆਪਣੇ ਸ਼ਲੋਕਾਂ ਵਿੱਚ। ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਔਰ ਅੱਜ ਦੇ ਪਾਵਨ ਬਚਨਾਂ 'ਚ ਕਹਿ ਰਹੇ ਨੇ ਕਿ ਜਿਹੜਾ ਜੀਵ ਆਪ ਤਰ ਸਕਦਾ ਤੇ ਦੂਜਿਆਂ ਦਾ ਉਧਾਰ ਕਰ ਸਕਦਾ, ਉਸ ਕਾਬਲ ਕਿਵੇਂ ਬਣਾਂਗੇ? ਜਾਂ ਇਉਂ ਕਹਿ ਲਈਏ, ਜਿਹੜਾ ਜੀਵ ਸੰਸਾਰਕ ਸਮੁੰਦਰ ਨੂੰ ਪਾਰ ਲੰਘਣ ਦਾ ਇੱਛੁਕ ਹੈ ਜਾਂ ਜਿਹੜਾ ਚਾਹੁੰਦਾ ਹੈ ਕਿ ਮੈਂ ਇਸ ਸੰਸਾਰ ਸਮੁੰਦਰ ਵਿੱਚ ਕਿਤੇ ਡੁੱਬ ਨਾ ਜਾਵਾਂ, ਇਸ ਸੰਸਾਰ ਸਮੁੰਦਰ ਵਿੱਚ ਕਿਤੇ ਮੈਂ ਫਿਰ ਫਸ ਕੇ ਨਾ ਰਹਿ ਜਾਵਾਂ, ਇਹਦੇ ਤੋਂ ਮੇਰਾ ਉਧਾਰ ਹੋ ਜਾਏ। ਅੱਜ ਉਧਾਰ ਕਰਨ ਦਾ ਤਰੀਕਾ, ਢੰਗ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਾਂ ਨੂੰ ਦੱਸ ਰਹੇ। ਹੁਣ ਤਰੀਕਾ ਕੀ ਹੈ? ਜਿਵੇਂ ਮੈਂ ਪਹਿਲੋਂ ਆਪ ਜੀ ਦੇ ਅੱਗੇ ਬੇਨਤੀ ਕੀਤੀ ਵੀ ਤੈਰਨ ਵਾਲੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਸਰੀਰ ਉੱਤੇ ਬਹੁਤਾ ਵਜ਼ਨ ਨਾ ਹੋਵੇ, ਉਹਦੇ ਕੋਲ ਬਹੁਤਾ ਭਾਰ ਨਾ ਹੋਵੇ। ਉਹ ਜਿੰਨਾ ਹਲਕਾ ਹੋ ਕੇ, ਜਿੰਨੇ ਆਪਣੇ ਵਜ਼ਨ ਨੂੰ ਘਟਾ ਕੇ ਜਾਂ ਘੱਟ ਵਜ਼ਨ ਲੈ ਕੇ ਉਹ ਤੈਰਨ ਦੀ ਕੋਸ਼ਿਸ਼ ਕਰੇਗਾ, ਉਤਨਾ ਜ਼ਿਆਦਾ ਲੰਮਾ ਸਮਾਂ ਤੈਰ ਸਕਦਾ ਔਰ ਤੇਜ਼ੀ ਨਾਲ ਤੈਰ ਸਕਦਾ ਤੇ ਉਤਨੀ ਜਲਦੀ ਹੀ ਉਹ ਦੂਜੇ ਕਿਨਾਰੇ ਉੱਤੇ ਪਹੁੰਚ ਸਕਦਾ ਹੈ, ਜਿਹੜਾ ਜਿੰਨੇ ਘੱਟ ਵਜ਼ਨ ਦਾ ਮਾਲਕ ਹੋਏਗਾ। ਹੁਣ ਬਾਬਾ ਜੀ ਨੇ ਜਿਹੜਾ ਅੱਜ ਜ਼ਿਕਰ ਕੀਤਾ, ਇਹਦੇ ਵਿੱਚ ਮਨੁੱਖ ਦੀ ਗੱਲ ਕਰਦੇ ਆ। ਪਹਿਲੋਂ ਸਤਿਗੁਰੂ ਕਹਿੰਦੇ ਭਾਈ ਜੇ ਤੇ ਤੂੰ ਆਪਣਾ ਉਧਾਰ ਕਰਨਾ ਚਾਹੁੰਦਾ, ਵੀ ਤੂੰ ਸੱਚਮੁੱਚ ਚਾਹੁੰਦਾ ਕਿ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ, ਤੇ ਖਿਆਲ ਕਰ ਜਿਹੜੇ ਵਜਨ ਚੱਕੀ ਫਿਰਦਾ ਨਾ, ਉਹਨਾਂ ਵਜਨਾਂ ਨੂੰ ਘੱਟ ਕਰਨਾ ਸ਼ੁਰੂ ਕਰ ਦੇ। ਜਿਨ੍ਹਾਂ ਵਜਨਾਂ ਕਰਕੇ ਤੂੰ ਸੰਸਾਰ ਵਿੱਚ ਡੁੱਬਦਾ ਜਾ ਰਿਹਾ, ਜਿਸ ਭਾਰ ਕਰਕੇ ਤੂੰ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਿਹਾ, ਜਿਸ ਭਾਰ ਕਰਕੇ ਕਦੇ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਤੂੰ ਸੰਸਾਰ ਸਮੁੰਦਰ ਪਾਰ ਲੰਘੇਗਾ, ਸਤਿਗੁਰੂ ਕਹਿੰਦੇ ਉਹ ਭਾਰ, ਉਹ ਵਜ਼ਨ ਜਿਹੜਾ ਨਾ, ਉਹਨੂੰ ਘਟਾਉਣਾ ਸ਼ੁਰੂ ਕਰ। ਤੇ ਫਿਰ ਸਤਿਗੁਰੂ ਜੀ ਨੂੰ ਪੁੱਛਿਆ ਜਗਿਆਸੂ ਨੇ ਵੀ ਮਾਲਕ ਜੀ ਮੈਂ ਉਧਰਨਾ ਚਾਹੁੰਦਾ ਸੰਸਾਰ ਸਮੁੰਦਰ ਤੋਂ, ਤੇ ਦੱਸੋ ਵੀ ਉਧਾਰ ਕਿਵੇਂ ਹੋਏਗਾ? ਜੇ ਮੈਂ ਆਪਣਾ ਉਧਾਰ ਕਰਨਾ ਚਾਹੁੰਦਾ ਤੇ ਦੱਸੋ ਮੈਨੂੰ ਉਧਾਰ ਹੋਏਗਾ ਕਿਵੇਂ? ਸਤਿਗੁਰੂ ਨੇ ਉਸੇ ਤਰ੍ਹਾਂ ਕਹਿੰਦੇ ਵੀ ਸੱਜਣਾ ਤੂੰ ਆਪਣੇ ਜਿਹੜੇ ਭਾਰ ਚੁੱਕੀ ਫਿਰਦਾ, ਪੰਡਾਂ ਬੰਨੀ ਫਿਰਦਾ, ਉਹ ਛੱਡਣੀਆਂ ਸ਼ੁਰੂ ਕਰ ਦੇ, ਉਹ ਘਟਾਣੀਆਂ ਸ਼ੁਰੂ ਕਰ ਦੇ। ਜਿੰਨਾ ਵਜਨ ਘਟਾ ਲਏਗਾ ਉਨੀ ਛੇਤੀ ਆਸਾਨੀ ਦੇ ਨਾਲ ਪਾਰ ਲੰਘ ਜਾਏਗਾ। ਜਗਿਆਸੂ ਦਾ ਦੂਜਾ ਸਵਾਲ,
ਸਤਿਗੁਰੂ ਜੀ ਉਹ ਕਿਹੜਾ ਵਜ਼ਨ ਹੈ, ਉਹ ਕਿਹੜਾ ਭਾਰ ਹੈ ਜਿਹੜਾ ਮੈਂ ਚੁੱਕਿਆ ਹੋਇਆ, ਜਿਸ ਕਰਕੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਦੀ ਚਿੰਤਾ ਵੱਧ ਹੈ ਤੇ ਤੈਰਨ ਦੀ ਜਿਹੜੀ ਇੱਛਾ ਹੈ ਜਾਂ ਤੈਰ ਲੰਘ ਜਾਣ ਦੀਆਂ ਜਿਹੜੀਆਂ ਮਨ ਦੇ ਵਿੱਚ ਭਾਵਨਾਵਾਂ ਨੇ ਉਹ ਘੱਟ ਨੇ। ਕਿਹੜਾ ਵਜ਼ਨ ਹੈ ਜਿਹੜਾ ਮੈਂ ਆਪਣੀ ਜ਼ਿੰਦਗੀ ਅੰਦਰ ਚੁੱਕੀ ਬੈਠਾ ਤੇ ਉਹ ਵਜ਼ਨ ਕਿਸ ਤਰੀਕੇ ਨਾਲ ਘੱਟ ਹੋਏਗਾ, ਕਿਵੇਂ ਮੈਂ ਉਹ ਵਜ਼ਨ ਘਟਾਵਾਂ, ਭਾਰ ਕਿਵੇਂ ਘਟੇਗਾ। ਫਿਰ ਗੁਰੂ ਬਾਬਾ ਜੀ ਦੱਸਦੇ ਕਹਿੰਦੇ ਸਭ ਤੋਂ ਪਹਿਲਾਂ ਖਿਆਲ ਕਰ ਜਿਹੜੀ ਆਪਣੱਤ ਚੁੱਕੀ ਫਿਰਦਾ ਨਾ, ਮਮਤਾ ਚੁੱਕੀ ਫਿਰਦਾ, ਉਹਨੂੰ ਛੱਡ ਦੇ। ਇੱਕ ਭਾਰ ਤੇ ਤੇਰੇ ਕੋਲ ਤੇਰੀ ਆਪਣੱਤ ਦਾ ਹੀ ਹੈ ਜਿਹੜਾ ਤੂੰ ਚੁੱਕੀ ਫਿਰਦਾ ਹੈ। ਦੂਜੇ ਨੰਬਰ ਦੇ ਉੱਤੇ ਸਤਿਗੁਰੂ ਕਹਿੰਦੇ ਫਿਰ ਤੇਰੇ ਕੋਲ ਲੋਭ ਦੀ ਪੰਡ ਬੜੀ ਭਾਰੀ ਹੈ, ਉਹ ਲੋਭ ਵਸ ਹੋ ਕੇ ਤੈਨੂੰ ਜੋ ਮਿਲਦਾ ਤੂੰ ਇਕੱਠਾ ਕਰੀ ਜਾਂਦਾ। ਲੋਭੀ ਬੰਦਾ ਕੀ ਕਰੇਗਾ, ਜੋ ਮਿਲ ਗਿਆ ਬੰਨੀ ਜਾਣਾ ਉਹਨੇ। ਲਾਲਚੀ ਬੰਦੇ ਨੇ ਕੀ ਕਰਨਾ, ਉਹਨੂੰ ਜਿਹੜਾ ਪਦਾਰਥ ਮਿਲੇਗਾ, ਜਿਹੜੀ ਵਸਤੂ ਮਿਲੇਗੀ ਉਹਨੇ ਬੰਨੀ ਜਾਣੀ ਹੈ, ਇਕੱਠੀ ਕਰੀ ਜਾਣੀ ਹੈ। ਜਿੰਨਾ ਇਕੱਠਾ ਕਰੇਗਾ ਉਨਾ ਭਾਰ ਵਧੇਗਾ। ਸਤਿਗੁਰੂ ਕਹਿੰਦੇ ਲੋਭ ਛੱਡ ਪਾਈ। ਫਿਰ ਦੂਜੇ ਅਗਾਂਹ ਜ਼ਿਕਰ ਕੀਤਾ, ਕਹਿੰਦੇ ਭਾਈ ਇਕੱਲੇ ਲੋਭ ਦੀ ਗੱਲ ਨਹੀਂ, ਫਿਰ ਇਹ ਵੀ ਖਿਆਲ ਰੱਖੀ ਮੋਹ ਵੀ ਤਿਆਗਣਾ ਪਏਗਾ, ਕਿਉਂਕਿ ਜਿੰਨਾ ਚਿਰ ਤੂੰ ਮੋਹ ਨਹੀਂ ਤਿਆਗੇਂਗਾ ਤੇਰੇ ਤੋਂ ਲੋਭ ਵੀ ਨਹੀਂ ਛੁੱਟਣਾ, ਲੋਭ ਵੀ ਨਹੀਂ ਤਿਆਗਿਆ ਜਾਣਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗਣ ਤੋਂ ਬਾਅਦ ਚ ਖਿਆਲ ਰੱਖ, ਆਪਣੱਤ ਛੱਡ ਦੇ, ਲੋਭ ਛੱਡ ਦੇ, ਮੋਹ ਛੱਡ ਦੇ। ਅਜੇ ਇੱਕ ਬੜੀ ਵੱਡੀ ਪੰਡ ਹੈ ਜਿਹੜੀ ਤੂੰ ਸਿਰ ਤੇ ਚੁੱਕੀ ਫਿਰਦਾ ਹੈ, ਤੇ ਉਹ ਪੰਡ ਤੇਰੇ ਅਭਿਮਾਨ ਦੀ ਹੈ। ਜਦੋਂ ਅਭਿਮਾਨ ਦੀ ਪੰਡ ਵੀ ਲਾ ਦੇਂਗਾ ਫਿਰ ਤੇਰਾ ਵਜ਼ਨ ਘਟ ਜਾਏਗਾ। ਇਹਨਾਂ ਦਾ ਭਾਰ ਕਿੰਨਾ ਚੁੱਕੀ ਫਿਰਦਾ ਹੈ ਇਨਸਾਨ। ਵੇਖੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬੜੇ ਪਿਆਰੇ ਬੋਲ ਸਾਡੀ ਝੋਲੀ ਵਿੱਚ ਪਾਏ। ਗੁਰੂ ਨਾਨਕ ਸਾਹਿਬ ਜੀ ਦਾ ਬੋਲ ਆਪ ਜੀ ਰੋਜ਼ਾਨਾ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹੋ। ਜਦੋਂ ਗੁਰੂ ਬਾਬਾ ਜੀ ਕਿਰਪਾ ਕਰਕੇ ਆਖਦੇ ਨੇ ਕਿ ਕਹਿੰਦੇ ਮੈਂ ਆਪਣੀਆਂ ਅੱਖਾਂ ਦੇ ਨਾਲ ਇੱਕ ਸਰੋਵਰ ਵੇਖਿਆ, ਇਹ ਸੰਸਾਰ ਸਮੁੰਦਰ, ਸੰਸਾਰ ਸਰੋਵਰ ਵੇਖਿਆ, ਇਹਦੇ ਵਿੱਚ ਮੇਰੇ ਦੇਖਦਿਆਂ ਦੇਖਦਿਆਂ ਪਤਾ ਹੀ ਨਹੀਂ ਬੇਅੰਤ ਅਣਗਿਣਤ ਜੀਵ ਡੁੱਬ ਗਏ। ਅਣਗਿਣਤ ਜੀਵ ਇਸ ਸਮੁੰਦਰ 'ਚ ਡੁੱਬ ਗਏ। ਹੁਣ ਜਦੋਂ ਅਣਗਿਣਤ ਜੀਵਾਂ ਦੇ ਡੁੱਬਣ ਦੀ ਗੱਲ ਕੀਤੀ ਤੇ ਬਾਬਾ ਜੀ ਨੇ ਨਾਲ ਜ਼ਿਕਰ ਫਿਰ ਕੀਤਾ। ਸਤਿਗੁਰੂ ਜੀ ਕਹਿੰਦੇ ਮਨਾ ਜੇ ਤੂੰ ਕੁਝ ਨਾ ਸਵਾਰਿਆ, ਕੁਝ ਨਾ ਕੀਤਾ, ਉਹਨਾਂ ਦੀ ਗਿਣਤੀ ਵਿੱਚ ਤੂੰ ਵੀ ਸ਼ਾਮਲ ਹੋ ਜਾਏਗਾ ਜਿਹੜੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਨੇ। ਤੇ ਗੁਰੂ ਸਾਹਿਬ ਦੱਸਦੇ ਕਹਿੰਦੇ ਤਿਤ ਸਰਵਰ ਡੈ ਭਈ ਲੈ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਫਿਰ ਕੀ ਆਖਿਆ, ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਫਿਰ ਸਤਿਗੁਰੂ ਆਖਦੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ। ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ। ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ ਮੈਂ ਬੇਨਤੀ ਕਰਦਾ ਕਿ ਤੇ ਮੈਨੂੰ ਉਹਨਾਂ ਦੀ ਸ਼ਰਨ ਮਿਲ ਜਾਏ। ਸਰਵਰ ਕੈਸਾ ਹੈ, ਕਹਿੰਦੇ ਮੈਂ ਵੇਖਿਆ ਮੋਹ ਦਾ ਚਿੱਕੜ, ਉਹਦੇ ਵਿੱਚ ਕੱਲਾ ਕੱਲਾ ਜੀਵ ਫਸਿਆ ਬੈਠਾ, ਤੇ ਉਹ ਮੋਹ ਦਾ ਚਿੱਕੜ ਐਸਾ ਵੀ ਪਗ ਨਹੀਂ ਚੱਲੈ, ਇੱਕ ਵੀ ਕਦਮ ਨਹੀਂ ਚੱਲਣ ਦਿੰਦਾ। ਤੇ ਜਦੋਂ ਇੱਕ ਵੀ ਕਦਮ ਚੱਲਣ ਨਹੀਂ ਦਿੰਦਾ ਤੇ ਕੀ ਹੁੰਦਾ, ਹਮ ਦੇਖਾ, ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਹੀ ਤਾਂ ਡੂਬੀ ਅਲੇ। ਜਿਹੜਾ ਜੀਵ ਮੋਹ ਦੇ ਚਿੱਕੜ 'ਚ ਫਸਿਆ ਹੁੰਦਾ ਉਹ ਡੁੱਬ ਜਾਂਦਾ ਹੈ। ਜਿਹੜਾ ਜੀਵ ਮੋਹ ਦੇ ਚਿੱਕੜ ਵਿੱਚ ਫਸਿਆ ਹੁੰਦਾ ਉਹ ਡੁੱਬ ਜਾਂਦਾ ਹੈ। ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਬੇਅੰਤ ਅਣਗਿਣਤ ਜੀਵ ਡੁੱਬ ਗਏ, ਮੈਂ ਆਪਣੀਆਂ ਅੱਖਾਂ ਨਾਲ ਵੇਖੇ। ਤੇ ਫਿਰ ਮਨ ਨੂੰ ਸੰਬੋਧਨ ਕੀਤਾ, ਮਨ ਏਕ ਨਾ ਚੇਤਸ ਮੂੜ ਮਨਾ, ਉਹ ਮੂਰਖਾ ਮਨਾ ਜੇ ਤੂੰ ਵੀ ਇੱਕ ਨੂੰ ਚੇਤੇ ਨਾ ਕੀਤਾ ਤੇਰੇ ਵੀ ਗੁਣ ਗਲ ਜਾਣੇ ਤੇ ਤੂੰ ਵੀ ਇਸੇ ਚਿੱਕੜ 'ਚ ਡੁੱਬ ਕੇ ਮਰਨਾ। ਤੂੰ ਵੀ ਇਸੇ ਚਿੱਕੜ ਦੇ ਵਿੱਚ ਡੁੱਬ ਜਾਏਗਾ ਤੇ ਤੇਰਾ ਪਾਰ ਉਤਾਰਾ ਕਰਨ ਵਾਲਾ ਵੀ ਕੋਈ ਨਹੀਂ, ਕਿਉਂਕਿ ਜਿੰਨੇ ਉਧਾਰ ਕਰਨਾ ਉਹਦਾ ਤੂੰ ਸਹਾਰਾ ਨਹੀਂ ਲਿਆ, ਜਿੰਨੇ ਤਾਰਨਾ ਉਹਦਾ ਤੂੰ ਸਹਾਰਾ ਨਹੀਂ ਲਿਆ।
ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਅੱਜ ਜ਼ਿਕਰ ਕੀਤਾ, ਕਹਿੰਦੇ ਮਮਤਾ ਨੂੰ ਛੱਡ ਭਾਈ, ਆਪਣਤ ਤਿਆਗ। ਤੇ ਅੱਜ ਦੇ ਸਮੇਂ ਵਿੱਚ ਜਾਂ ਸੰਸਾਰ ਵਿੱਚ ਵੇਖਾਂਗੇ ਤੇ ਹਰ ਚੀਜ਼, ਹਰ ਜੀਵ ਤੇ ਮਮਤਾ ਦੇ ਅਧੀਨ ਬੈਠਾ ਹੈ। ਹਰ ਜੀਵ ਆਪਣਤ ਦੇ ਅਧੀਨ ਹੈ, ਮਮਤਾ ਦੇ ਅਧੀਨ ਹੈ, ਔਰ ਮਮਤਾ ਨੂੰ, ਆਪਣਤ ਨੂੰ ਛੱਡਣਾ ਪਏਗਾ। ਜਦੋਂ ਜੀਵ ਆਪਣਤ ਤਿਆਗੇਗਾ ਫਿਰ ਕਿਤੇ ਜਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਬਾਤ ਆਉਂਦੀ ਹੈ। ਲੋਭ ਤਿਆਗਣਾ ਪਏਗਾ, ਮੋਹ ਤਿਆਗਣਾ ਪਏਗਾ, ਅਭਿਮਾਨ ਤਿਆਗਣਾ ਪਏਗਾ। ਇਹ ਸਾਰੀਆਂ ਚੀਜ਼ਾਂ ਤਿਆਗਣ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਗਲਾ ਜ਼ਿਕਰ ਕੀਤਾ, ਕਹਿੰਦੇ ਕਹੋ ਨਾਨਕ ਆਪਨ ਤਰਹਿ। ਨਾਨਕ ਜੀ ਇਹ ਬਾਤ ਆਖੋ ਕਿ ਉਹ ਆਪ ਵੀ ਤਰ ਜਾਂਦਾ, ਔਰਨ ਲੇਤ ਉਧਾਰ, ਤੇ ਹੋਰਾਂ ਦਾ ਵੀ ਉਧਾਰ ਕਰ ਦਿੰਦਾ, ਹੋਰਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਜਿਹੜਾ ਆਪ ਤਰ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਤੇ ਜਪਜੀ ਦੇ ਅੰਦਰ ਹੀ ਜ਼ਿਕਰ ਕਰਦਿਆਂ ਕਹਿਤਾ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਰ ਬਾਤ ਇਹ ਹੈ ਕਿ ਅਸੀਂ ਤੈਰਨ ਦੇ ਕਾਬਲ ਹਾਂ ਜਾਂ ਅਸੀਂ ਉਸ ਥਾਂ ਉੱਤੇ ਜਾਂ ਉਹਨਾਂ ਦੀ ਗਿਣਤੀ ਵਿੱਚ ਹੀ ਸ਼ਾਮਲ ਹਾਂ ਜਿਹੜੇ ਵੇਖਦਿਆਂ ਵੇਖਦਿਆਂ ਹੀ ਡੁੱਬੀ ਜਾ ਰਹੇ, ਜਿਨ੍ਹਾਂ ਨੂੰ ਕਦੇ ਸਤਿਗੁਰੂ ਜੀ ਆਖਦੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੋਹੇਲਾ। ਕਿਤੇ ਉਹਨਾਂ ਹਾਲਾਤਾਂ ਵਿੱਚ ਸ਼ਾਮਲ ਤੇ ਨਹੀਂ ਵੀ ਜਿਨ੍ਹਾਂ ਦੇ ਕੋਲੋਂ ਹੱਥ ਵਿੱਚੋਂ ਸਮਾਂ ਵੀ ਲੰਘ ਗਿਆ, ਹੁਣ ਸਮਾਂ ਲੰਘਣ ਤੋਂ ਬਾਅਦ ਵਿੱਚ ਉਹਨਾਂ ਦੇ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਹੀਂ ਬਚਦਾ, ਸਿਵਾਏ ਪਛਤਾਉਣ ਤੋਂ ਉਹਨਾਂ ਕੋਲ ਕੁਝ ਨਹੀਂ ਰਹਿ ਜਾਂਦਾ। ਕਿਤੇ ਉਹਨਾਂ ਦੀ ਗਿਣਤੀ ਵਿੱਚ ਤੇ ਸ਼ਾਮਲ ਨਹੀਂ, ਜਾਂ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਪਾਸੇ, ਉਸ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰ ਲਿਆ। ਕਿਉਂਕਿ ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕਰਦਿਆਂ ਗੁਰੂ ਅਰਜਨ ਸਾਹਿਬ ਨੇ ਮਨੁੱਖ ਨੂੰ ਸੰਬੋਧਨ ਕੀਤਾ, ਕਹਿੰਦੇ ਸਰੰਜਾਮ ਲਾਗ ਭਵ ਜਲ ਤਰਨ ਕਹਿ। ਉਧਾਰ ਕਰਨਾ ਹੈ, ਕਿਉਂਕਿ ਕਹਿੰਦੇ ਮੈਂ ਵੇਖਿਆ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਸਾਰੇ ਦਾ ਸਾਰਾ ਜਨਮ ਕੀ ਹੈ? ਬ੍ਰਿਥਾ ਜਾਤ। ਕਾਹਦੇ ਵਿੱਚ? ਰੰਗ ਮਾਇਆ ਕਹਿ। ਤੇ ਮਾਇਆ ਦਾ ਰੰਗ ਕਿੱਥੇ ਹੈ? ਲੋਭੀ ਕੋਲ। ਮਾਇਆ ਦਾ ਰੰਗ ਕਿੱਥੇ ਹੈ? ਮੋਹੀ, ਜਿਹੜਾ ਮੋਹ ਵਿੱਚ ਫਸਿਆ ਬੈਠਾ। ਮਾਇਆ ਦੇ ਰੰਗ ਨੇ ਤੇ ਅਭਿਮਾਨੀ ਬਣਾਇਆ। ਮਾਇਆ ਦਾ ਰੰਗ ਹੀ ਮਮਤਾ ਵਾਲੇ ਪਾਸੇ, ਆਪਣਤ ਵਾਲੇ ਪਾਸੇ ਲੈ ਕੇ ਜਾਂਦਾ। ਜਿਹੜਾ ਬੰਦਾ ਲੋਭ ਦੇ ਅਧੀਨ ਹੈ, ਜਿਹੜਾ ਬੰਦਾ ਲੋਭੀ ਹੈ, ਸੁਭਾਵਕ ਦੀ ਗੱਲ ਹੈ, ਉਹ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਜਿਹੜਾ ਬੰਦਾ ਮੋਹ ਵਿੱਚ ਫਸਿਆ ਹੋਇਆ, ਚੇਤਾ ਰੱਖਿਓ, ਮੋਹ ਵਿੱਚ ਫਸਿਆ ਬੰਦਾ ਲੋਭੀ ਹੀ ਬਣੇਗਾ। ਮੋਹ ਵਿੱਚ ਫਸਿਆ ਬੰਦਾ ਮਾਇਆ ਦੇ ਰੰਗ 'ਚ ਰੰਗਿਆ ਹੋਇਆ। ਤੇ ਜਿਹੜਾ ਲੋਭੀ ਹੈ, ਮੋਹ ਵਿੱਚ ਫਸਿਆ, ਉਹ ਅਭਿਮਾਨੀ ਜ਼ਰੂਰ ਹੋਏਗਾ। ਮੋਹ ਕਰਕੇ ਕੀ ਆ ਗਿਆ? ਲੋਭ। ਲੋਭ ਕਰਕੇ ਕੀ ਕੀਤਾ? ਸਾਰਾ ਕੁਝ ਇਕੱਠਾ। ਇਕੱਠਾ ਕਰਕੇ ਕੀ ਆ ਗਿਆ? ਅਭਿਮਾਨ। ਹੁਣ ਸਾਰੀਆਂ ਚੀਜ਼ਾਂ ਇੱਕੋ ਕੜੀ ਵਿੱਚ ਜੁੜੀਆਂ ਹੋਈਆਂ। ਪਹਿਲੋਂ ਬਾਤ ਆਏਗੀ ਮਮਤਾ ਦੀ, ਆਪਣਤ ਦੀ। ਜਦੋਂ ਆਪਣਤ ਦੀ ਬਾਤ ਆਏਗੀ, ਆਪਣਤ ਨੇ ਤਬਦੀਲ ਹੋ ਕੇ ਮੋਹ ਵਿੱਚ ਬਦਲ ਜਾਣਾ। ਉਸੇ ਆਪਣਤ ਨੇ ਜਦੋਂ ਮੋਹ ਵਿੱਚ ਬਦਲਣਾ, ਫਿਰ ਮੋਹ ਵਿੱਚ ਫਸ ਕੇ ਜੀਵ ਲੋਭੀ ਬਣ ਜਾਂਦਾ ਹੈ। ਜਦੋਂ ਲੋਭੀ ਬਣ ਜਾਂਦਾ ਹੈ, ਬੜਾ ਕੁਝ ਇਕੱਠਾ ਕਰਦਾ ਹੈ। ਜਦੋਂ ਬਹੁਤ ਕੁਝ ਇਕੱਠਾ ਕਰ ਲੈਂਦਾ, ਉਹਨਾਂ ਨੂੰ ਵੇਖ ਵੇਖ ਕੇ ਅਭਿਮਾਨੀ ਹੋ ਜਾਂਦਾ ਹੈ। ਸਤਿਗੁਰੂ ਨੇ ਕਿਹਾ, ਸੱਜਣਾ, ਸਭ ਤੋਂ ਪਹਿਲਾਂ ਮਮਤਾ ਛੱਡ, ਕਿਉਂਕਿ ਮਮਤਾ ਨੇ ਤੈਨੂੰ ਮੋਹ ਦੇ ਜਾਲ ਵਿੱਚ ਫਸਾਇਆ। ਤੇ ਜਦੋਂ ਮਮਤਾ ਛੱਡ ਦੇਂਗਾ, ਮੋਹ ਦੇ ਜਾਲ ਤੋਂ ਬਚ ਜਾਏਗਾ। ਜਦੋਂ ਮਮਤਾ ਤਿਆਗ ਦੇਂਗਾ, ਮੋਹ ਦੇ ਜਾਲ ਤੋਂ ਬਚ ਜਾਏਗਾ। ਜਿੱਦਣ ਮੋਹ ਦੇ ਜਾਲ ਤੋਂ ਬਚ ਗਿਆ, ਉਦਣ ਲੋਭ ਵੀ ਘਟ ਜਾਏਗਾ। ਲੋਭ ਬੰਦਾ ਕਿਉਂ ਕਰਦਾ ਹੈ? ਸਿਰਫ ਆਪਣਿਆਂ ਕਰਕੇ। ਆਪਣੇ ਕਿੰਨਾਂ ਨੂੰ ਸਮਝਦਾ? ਜਿਨ੍ਹਾਂ ਨਾਲ ਬੜਾ ਜ਼ਿਆਦਾ ਬੇਇੰਤਹਾ ਪ੍ਰੇਮ ਕਰਕੇ ਬੈਠਾ। ਜੀ ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਫੈਮਿਲੀ ਹੈ, ਮੈਂ ਇਹਨਾਂ ਲਈ ਹਰ ਕਰਮ ਕਰਨ ਵਾਸਤੇ ਤਿਆਰ ਹਾਂ। ਉਹ ਮੋਹ ਹੀ ਹੈ। ਜਿੱਥੇ ਆਪਣਤ ਦੀ ਬਾਤ ਆਏਗੀ, ਉੱਥੇ ਮੋਹ। ਮੋਹ ਤੋਂ ਬਾਅਦ ਚ ਲੋਭ। ਹੁਣ ਇਹਨਾਂ ਵਾਸਤੇ ਮੈਂ ਕੁਝ ਵੀ ਕਰਾਂਗਾ। ਪਰਿਵਾਰ ਵਾਸਤੇ ਕੀ ਨਹੀਂ ਕਰਦਾ ਇਨਸਾਨ? ਹਰ ਕਰਮ ਕਰਨ ਲਈ ਤਿਆਰ ਹੈ। ਜੇ ਕੋਈ ਕਹਦੇ, ਸੱਜਣਾ, ਤੇਰੇ ਪਰਿਵਾਰ ਨੂੰ ਅਸੀਂ ਇੱਕ ਵੀ ਮੁਸ਼ਕਲ ਨਹੀਂ ਆਉਣ ਦਿੰਦੇ, ਤੂੰ
ਜਿੱਦਾਂ ਦੀਆਂ ਤੇਰੀਆਂ ਜ਼ਿੰਮੇਵਾਰੀਆਂ, ਜਿੰਨੀਆਂ ਤੇਰੀਆਂ ਲੋੜਾਂ ਜ਼ਰੂਰਤਾਂ ਤੇਰੀਆਂ ਤੇਰੇ ਪਰਿਵਾਰ ਦੀਆਂ ਹੀ ਸਾਰੀਆਂ ਪੂਰੀਆਂ ਕਰਾਂਗੇ, ਬਸ ਤੂੰ ਸਾਡੇ ਨਾਲ ਰਲ ਜਾ। ਉਹ ਕਹਿੰਦਾ ਠੀਕ ਹੈ, ਉਹ ਰਲ ਜਾਂਦਾ ਹੈ। ਤੇ ਹੁਣ ਉਹਨਾਂ ਨੇ ਆਪਣੇ ਨਾਲ ਰਲਾ ਕੇ ਕੀ ਕਰਾਉਣਾ? ਉਹ ਕਹਿਣਗੇ ਵੀ ਹੁਣ ਤੂੰ ਸਾਡੇ ਨਾਲ ਰਲ ਗਿਆ, ਹੁਣ ਜਿਹੜਾ ਕਰਮ ਅਸੀਂ ਤੈਨੂੰ ਕਵਾਂਗੇ ਉਹ ਤੈਨੂੰ ਕਰਨਾ ਪਏਗਾ। ਪਰਿਵਾਰ ਦੀ ਜ਼ਿੰਮੇਵਾਰੀ ਸਾਡੀ, ਅਸੀਂ ਸੰਭਾਲਾਂਗੇ ਤੇਰੇ ਪਰਿਵਾਰ ਨੂੰ। ਉਹ ਕਹਿੰਦਾ ਜੀ ਠੀਕ ਹੈ। ਹੁਣ ਜਦੋਂ ਪਰਿਵਾਰ ਸਾਂਭਣ ਦੀ ਜ਼ਿੰਮੇਵਾਰੀ ਉਹਨਾਂ ਨੇ ਲੈ ਲਈ, ਹੁਣ ਉਹ ਕਹਿੰਦੇ ਵੀ ਅਸੀਂ ਤੈਨੂੰ ਕਹਿੰਦੇ ਆ ਫਲਾਣਾ ਬੰਦਾ ਮਾਰ ਕੇ ਆ ਜਾ। ਉਹ ਚਲਾ ਜਾਂਦਾ, ਮਾਰ ਕੇ ਆ ਜਾਂਦਾ ਹੈ। ਸਿਰਫ ਕਿਹਦੇ ਲਈ? ਆਪਣੇ ਪਰਿਵਾਰ ਖਾਤਰ। ਵੀ ਮੈਂ ਵੀ ਆਪਣੇ ਪਰਿਵਾਰ ਦੇ ਮੋਹ ਵਿੱਚ ਫਸਿਆ, ਮੋਹ ਵਿੱਚ ਫਸੇ ਹੋਏ ਨੇ। ਪਰਿਵਾਰ ਨੂੰ ਪਾਲਣਾ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ। ਹੁਣ ਜਦੋਂ ਇੱਕ ਇਨਸਾਨ ਨੇ, ਇੱਕ ਗਰੋਹ, ਇੱਕ ਟੋਲੇ ਨੇ ਕਹਿ ਦਿੱਤਾ, ਇੱਕ ਸਮੂਹ ਨੇ ਕਹਿ ਦਿੱਤਾ ਵੀ ਅਸੀਂ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਲੈਨੇ ਆ, ਅਸੀਂ ਤੇਰੇ ਪਰਿਵਾਰ ਦੀ ਹਰ ਇੱਕ ਜ਼ਿੰਮੇਵਾਰੀ ਨੂੰ ਨਿਭਾਵਾਂਗੇ, ਪਰ ਜੋ ਅਸੀਂ ਕਹਿੰਦੇ ਆ ਤੂੰ ਉਵੇਂ ਕਰ, ਬੰਦਾ ਕਿਵੇਂ ਨਹੀਂ ਕਰਦਾ? ਉਹੀ ਕੰਮ ਕਰਨ ਲਈ ਤਿਆਰ ਹੋ ਜਾਂਦਾ ਜਿਹੜਾ ਉਹਨੂੰ ਕਹਿੰਦੇ ਨੇ। ਮੋਹ ਵਿੱਚ ਫਸਿਆ ਬੰਦਾ ਵੇਖਿਆ, ਅੱਜ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ, ਮੇਰੇ ਕੋਲ ਧਨ ਨਹੀਂ ਹੈ, ਮੈਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦਾ। ਤੇ ਜੇ ਕਿਸੇ ਨੇ ਕਹਿਤਾ ਨਾ ਸੱਜਣਾ ਤੇਰੀਆਂ ਸਾਰੀਆਂ ਹੀ ਲੋੜਾਂ ਪੂਰੀਆਂ ਕਰ ਦਾਂਗੇ, ਆਪਣੀ ਜ਼ਮੀਰ ਵੇਚ ਦੇ, ਮਿੰਟ ਲਾਉਂਦਾ ਬੰਦਾ। ਆਪਣੀ ਜ਼ਮੀਰ ਤੱਕ ਵੇਚ ਦਿੰਦਾ, ਜ਼ਮੀਨ ਨਹੀਂ ਜ਼ਮੀਰ ਤੱਕ ਵੇਚ ਦਿੰਦਾ। ਉਹ ਝੂਠ ਨੂੰ ਸੱਚ ਕਰਕੇ ਬੋਲਣ ਲੱਗ ਜਾਂਦਾ ਤੇ ਸੱਚ ਨੂੰ ਝੂਠ ਕਰਕੇ ਦਰਸਾਉਣ ਲੱਗ ਜਾਂਦਾ। ਜ਼ਮੀਰ ਵੇਚ ਦਿੱਤੀ ਜਦੋਂ, ਕਾਹਦੇ ਲਈ? ਸਿਰਫ ਮੋਹ ਦੇ ਅਧੀਨ ਹੋਇਆ ਬੰਦਾ ਲੋਭੀ ਹੋ ਗਿਆ। ਕਿ ਮੈਂ ਜ਼ਮੀਰ ਰੱਖ ਕੇ ਮੰਗ ਕੇ ਟੁੱਕਰ ਆਪ ਖਾਨਾ, ਆਪਣੇ ਪਰਿਵਾਰ ਨੂੰ ਖਵਾਉਣਾ। ਤੇ ਜੇ ਅੱਜ ਮੈਨੂੰ ਇਹ ਕਹਿ ਰਹੇ ਨੇ ਆਪਣੀ ਜ਼ਮੀਰ ਵੇਚ ਦੇ, ਤੇਰੇ ਪਰਿਵਾਰ ਦੀਆਂ ਵੀ ਸਾਰੀਆਂ ਲੋੜਾਂ ਪੂਰੀਆਂ, ਤੇਰੀਆਂ ਵੀ ਜ਼ਰੂਰਤਾਂ ਪੂਰੀਆਂ, ਆਹੀ ਕਾਰਨ ਨੇ ਅੱਜ ਹਰ ਬੰਦਾ ਆਪਣੀ ਜ਼ਮੀਰ ਵੇਚਣ ਨੂੰ ਤਿਆਰ ਬੈਠਾ। ਹਰ ਬੰਦਾ ਜ਼ਮੀਰ ਵੇਚਣ ਨੂੰ ਤਿਆਰ ਬੈਠਾ ਹੈ, ਸਿਰਫ ਇਸੇ ਕਰਕੇ ਵੀ 4 ਟਕੇ ਮੇਰੇ ਕੋਲ ਹੋਣਗੇ ਤੇ ਉਹ 4 ਟਕਿਆਂ ਦਾ ਕਰਨਾ ਕੀ ਹੈ? ਜੀ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਾਂ, ਮੈਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ। ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਕਰਦਾ ਇਨਸਾਨ ਇੰਨਾ ਜ਼ਿਆਦਾ ਲੋਭੀ ਹੋ ਗਿਆ, ਇਹਨੂੰ ਚੇਤਾ ਹੀ ਨਹੀਂ ਆਇਆ ਕਿ ਮੈਂ ਕਿਹੜਾ ਕਰਮ ਕਰਨ ਲੱਗਿਆ ਤੇ ਮੇਰੇ ਕਿਹੜਾ ਕਰਮ ਕਰਨ ਦੇ ਕਾਬਿਲ ਮੈਂ ਹਾਂ, ਕਿਹੜਾ ਕਰਮ ਮੇਰੇ ਕਰਨ ਦੇ ਲਾਇਕ ਹੈ, ਇਹਨੇ ਵੇਖਿਆ ਹੀ ਨਹੀਂ। ਇਹ ਲੋਭ ਦੇ ਵਿੱਚ, ਮੋਹ ਦੇ ਵਿੱਚ ਇੰਨਾ ਫਸਿਆ ਬੈਠਾ, ਆਪਣੱਤ ਵਿੱਚ ਇੰਨਾ ਫਸਿਆ ਬੈਠਾ ਕਿ ਉਹ ਭਾਰ ਦੀਆਂ ਪੰਡਾਂ ਆਪਣੇ ਸਿਰ ਤੇ ਇੰਨੀਆਂ ਭਾਰੀਆਂ ਕਰ ਲਈਆਂ, ਉਹ ਇੰਨਾ ਜ਼ਿਆਦਾ ਵਜਨ ਆਪਣੇ ਸਿਰ ਤੇ ਚੁੱਕ ਲਿਆ ਤੇ ਹੁਣ ਆਸ ਕੀ ਲਾ ਕੇ ਬੈਠਾ ਕਿ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ। ਸਤਿਗੁਰੂ ਕਹਿੰਦੇ ਸੱਜਣਾ, ਨਹੀਂ, ਗਲ ਵਿੱਚ ਪੱਥਰ ਬੰਨ੍ਹ ਕੇ ਕਦੇ ਕੋਈ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ। ਜੇ ਕੋਈ ਗਲ ਵਿੱਚ ਪੱਥਰ ਬੰਨ੍ਹ ਕੇ ਛਾਲ ਮਾਰੇ ਨਾ ਪਾਣੀ ਦੇ ਸੋਮੇ 'ਚ ਕਿਤੇ ਨਹਿਰ ਵਿੱਚ, ਤੇ ਉਹਨੂੰ ਵੇਖਣ ਵਾਲੇ ਸਾਰੇ ਹੀ ਕਹਿਣਗੇ ਤੇ ਪਾਗਲ ਹੈ, ਮੂਰਖ ਇਨਸਾਨ ਹੈ ਜਿਹੜਾ ਆਪਣੇ ਗਲ ਵਿੱਚ ਪੱਥਰ ਬੰਨ੍ਹ ਕੇ ਨਹਿਰ ਅੰਦਰ ਪਾਣੀ ਦੇ ਦਰਿਆ ਵਿੱਚ ਛਾਲ ਪਿਆ ਮਾਰਦਾ ਹੈ। ਇਹਨੂੰ ਤੇ ਇਹ ਚਾਹੀਦਾ ਸੀ ਕਿ ਆਪਣੇ ਸਰੀਰ ਨਾਲ ਕੋਈ ਹਲਕੀ ਜੀ ਵਸਤੂ ਰੱਖਦਾ, ਜਿਹੜੀ ਵਸਤੂ ਇਹਨੂੰ ਪਾਰ ਲੰਘਾਉਣ ਦੇ ਕੰਮ ਆਉਂਦੀ। ਕਿਸੇ ਲੱਕੜ ਦਾ ਸਹਾਰਾ ਲੈਂਦਾ ਜਾਂ ਕਿਸੇ ਹਵਾ ਵਾਲੀ ਵਸਤੂ ਦਾ ਸਹਾਰਾ ਲੈਂਦਾ, ਜਿਹਦੇ ਨਾਲ ਇਹ ਪਾਣੀ ਦੇ ਉੱਪਰ ਤੈਰਦਾ ਹੋਇਆ ਪਾਰ ਲੰਘ ਜਾਂਦਾ। ਪਰ ਇਹ ਮੂਰਖ ਹੋਇਆ ਇਨਸਾਨ ਆਪਣੇ ਗਲ ਵਿੱਚ ਪਾਹਣ ਬੰਨ੍ਹ ਕੇ ਪਾਰ ਲੰਘਣ ਦੀ ਆਸ ਲਾ ਕੇ ਬੈਠਾ। ਉਹਨੂੰ ਸੰਸਾਰ ਦੁਨੀਆ ਮੂਰਖ ਗਿਣਦੀ ਹੈ। ਤੇ ਚੇਤੇ ਰੱਖੀਏ, ਜਦੋਂ ਗੁਰੂ ਦੇ ਦਰ ਤੇ ਅਧਿਆਤਮ ਜੀਵਨ ਦੀ ਬਾਤ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਬਾਤ ਆਏਗੀ, ਅਸੀਂ ਸਾਰੇ ਬੜੇ ਵੱਡੇ ਵੱਡੇ ਪੱਥਰ ਆਪਣੇ ਗਲਾਂ 'ਚ ਬੰਨ੍ਹ ਕੇ ਤੇ ਛਾਲਾਂ ਸੰਸਾਰ ਸਮੁੰਦਰ ਵਿੱਚ ਮਾਰ ਕੇ ਬੈਠੇ, ਸਿਰਫ ਇਸੇ ਲਈ ਵੀ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ। ਤੇ ਗੁਰੂ ਸਾਹਿਬ ਅੱਜ ਉਹਨਾਂ ਪੱਥਰਾਂ ਨੂੰ ਲਾਉਣ ਦੀ ਗੱਲ ਕਰ ਰਹੇ, ਅੱਜ ਉਸ ਭਾਰ ਨੂੰ ਉਤਾਰਨ ਦੀ ਗੱਲ ਕਰ ਰਹੇ ਵੀ ਮਨੁੱਖਾ ਆਪਣੀ ਜ਼ਿੰਦਗੀ ਚੋਂ ਆ ਵਜ਼ਨ, ਆ ਭਾਰ ਜਿਹੜਾ ਇਹਨੂੰ ਉਤਾਰ ਦੇ। ਜਦੋਂ ਇਹਨੂੰ ਉਤਾਰੇਗਾ ਫਿਰ ਤੇਰਾ ਤਰਨਾ ਵੀ ਸੌਖਾ ਹੋ ਜਾਏਗਾ। ਔਰ ਹਾਂ, ਨਾਲ ਇਹ ਵੀ ਖਿਆਲ ਰੱਖ, ਜਿੱਦਣ ਤੂੰ ਤਰ ਗਿਆ ਨਾ, ਉਦਣ ਤੂੰ ਪਤਾ ਹੀ ਨਹੀਂ ਕਿੰਨਿਆਂ ਨੂੰ ਤਾਰਨ ਦੇ ਕਾਬਿਲ ਵੀ ਬਣ ਜਾਏਗਾ, ਕਿੰਨਿਆਂ ਦਾ ਉਧਾਰ ਕਰ ਦੇਗਾ। ਇੱਕ ਸਮਾਂ ਉਹ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਾਈ ਮੰਝ ਨੂੰ ਕਹਿੰਦੇ ਵੀ ਸੱਜਣਾ, ਸਿੱਖੀ ਤੇ ਸਿੱਖੀ ਨਹੀਂ ਉਹ ਟਿਕਣੀ,
ਜਿਸ ਦਿਨ ਉਹ ਆਇਆ ਉਸ ਦਿਨ ਮਾਲਕ ਨੇ ਕਹਿਤਾ ਸਿੱਖੀ ਤੇ ਸਿੱਖੀ ਨਹੀਂ ਟਿਕੇਗੀ। ਤੇ ਭਾਈ ਮੰਝ ਗੁਰੂ ਬਾਬਾ ਜੀ ਨੂੰ ਕਹਿੰਦਾ ਸਤਿਗੁਰੂ ਕਿਰਪਾ ਕਰੋ ਸਿੱਖੀ ਤੇ ਤੁਹਾਡੇ ਕੋਲੋਂ ਲੈ ਕੇ ਜਾਣੀ ਹੈ। ਉਹ ਮਾਲਕ ਜੀ ਦੇ ਦਿੱਤੇ ਉਪਦੇਸ਼ ਨੂੰ ਬੜੇ ਧਿਆਨ ਨਾਲ ਗੌਰ ਨਾਲ ਵਿਚਾਰਦਾ, ਘਰ ਆ ਕੇ ਸਾਰਾ ਕੁਝ ਹੀ ਢਾਹ ਕੇ ਤੇ ਮੁੜ ਕੇ ਫਿਰ ਗੁਰੂ ਅਰਜਨ ਸਾਹਿਬ ਕੋਲ ਜਾਂਦਾ ਵੀ ਸਤਿਗੁਰੂ ਹੁਣ ਸਿੱਖੀ ਚੋਲੀ ਚ ਪਾ। ਸਿੱਖੀ ਲੈ ਲਈ। ਇੱਕ ਸਮਾਂ ਉਹ ਜਿੱਦਣ ਸਖਣਾ ਮੋੜਤਾ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਇੱਕ ਸਮਾਂ ਉਹ ਆ ਗਿਆ ਜਿੱਦਣ ਗੁਰੂ ਅਰਜਨ ਸਾਹਿਬ ਆਪਣੇ ਗਲ ਨਾਲ ਆਪ ਲਾ ਕੇ ਕਹਿੰਦੇ ਨੇ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। ਹੈ ਤੇ ਉਹੀ ਭਾਈ ਮੰਝ ਹੈ ਨਾ, ਪਰ ਤਬਦੀਲੀ ਵੇਖੋ। ਪਹਿਲੋਂ ਕੀ ਸੀ, ਗਲ ਵਿੱਚ ਪੱਥਰ ਬੰਨੇ ਹੋਏ ਨੇ, ਵਜ਼ਨ ਬੜਾ ਚੁੱਕਿਆ ਹੋਇਆ, ਤੇ ਉਹ ਜਿਹੜਾ ਵਜ਼ਨ ਸੀ ਨਾ ਗੁਰੂ ਬਾਬਾ ਜੀ ਕਹਿੰਦੇ ਵੀ ਨਹੀਂ ਭਾਈ ਮੰਝ ਏਦਾਂ ਨਹੀਂ ਉਹ ਉਧਾਰ ਹੋਣਾ, ਜਿਹੜਾ ਉਧਾਰ ਤੂੰ ਚਾਹੁੰਦਾ ਉਹ ਏਦਾਂ ਨਹੀਂ ਹੋਣਾ। ਤੇ ਜੇ ਤੂੰ ਸਾਡੀ ਸਿੱਖੀ ਕਮਾਉਣੀ ਚਾਹੁੰਦਾ ਤੇ ਫਿਰ ਚੇਤਾ ਰੱਖੀ ਸਿੱਖੀ ਤੇ ਸਿੱਖੀ ਨਹੀਂ ਉਹ ਟਿਕਦੀ। ਹਾਂ, ਜਾਂ ਤੂੰ ਜਿਸ ਪਾਸੇ ਹੈ ਉਸੇ ਸਿੱਖੀ ਨੂੰ ਕਮਾਈ ਚੱਲ, ਤੇ ਜੇ ਤੂੰ ਸਾਡੀ ਸਿੱਖਿਆ ਨੂੰ ਪੱਲੇ ਨਾਲ ਬੰਨਣੀ ਚਾਹੁੰਦਾ ਫਿਰ ਪਹਿਲੀਆਂ ਸਿੱਖਿਆਵਾਂ ਛੱਡਣੀਆਂ ਪੈਣਗੀਆਂ। ਜਦੋਂ ਪਹਿਲਾ ਛੱਡਾਂਗੇ ਤੇ ਦੂਜਾ ਅਪਣਾਵਾਂਗੇ ਨਾ, ਜਦੋਂ ਪਹਿਲਾ ਹੀ ਨਾ ਤਿਆਗਿਆ ਤੇ ਦੂਜੇ ਨੂੰ ਅਪਣਾਵਾਂਗੇ ਵੀ ਕਿਵੇਂ। ਤੇ ਫਿਰ ਭਾਈ ਮੰਝ ਘਰੇ ਜਾ ਕੇ ਕੀ ਕਰਦਾ, ਉਹ ਜੋ ਕੁਝ ਅੰਦਰ ਲਿਖਿਆ ਹੋਇਆ ਸੀ ਸਾਰਾ ਮਿਟਾਤਾ ਵੀ ਇਹਦੇ ਉੱਤੇ ਹੁਣ ਗੁਰੂ ਅਰਜਨ ਸਾਹਿਬ ਦੇ ਬੋਲ ਲਿਖ ਸਕਾਂ। ਜੋ ਕੁਝ ਅੰਦਰ ਬਣਿਆ ਹੋਇਆ ਸੀ ਉਹ ਸਾਰਾ ਕੁਝ ਢਾਤਾ ਵੀ ਹੁਣ ਮੈਂ ਅੰਦਰ ਇੱਕ ਨਵੀਂ ਇਮਾਰਤ ਬਣਾ ਸਕਾਂ, ਇੱਕ ਉਹ ਹਰਮੰਦਰ ਬਣਾ ਸਕਾਂ ਜਿਹੜਾ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਮੈਨੂੰ ਸਿੱਖਿਆ ਮਿਲਣੀ ਹੈ। ਆਪਣੇ ਅੰਦਰ ਬਣੀਆਂ ਉਹ ਕਬਰਾਂ, ਉਹ ਪੀਰਖਾਨਾ ਅੰਦਰੋਂ ਵੀ ਢਾਇਆ ਤੇ ਆਪਣੇ ਘਰ ਵਿੱਚੋਂ ਵੀ ਢਾਇਆ। ਦੋਵੇਂ ਚੇਤਾ ਰੱਖਿਓ, ਜੇ ਬਾਹਰੋਂ ਘਰ ਵਿੱਚੋਂ ਢਾ ਦਿੰਦਾ ਅੰਦਰੋਂ ਹੀ ਨਾ ਢਾਉਂਦਾ ਤੇ ਗੁਰੂ ਬਾਬਾ ਜੀ ਨੇ ਤਾਂ ਇਹੀ ਕਿਹਾ ਨਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਲੈ ਕੇ ਤੇ ਅੰਦਰ ਬੈਠਾ, ਜਿਹੜਾ ਬਾਹਰਲਾ ਪੀਰਖਾਨਾ ਢਾਇਆ ਉਹ ਬਾਤ ਵੱਖਰੀ ਹੈ, ਜਿਹੜਾ ਅੰਦਰ ਪੀਰਖਾਨੇ ਦੇ ਪ੍ਰਤੀ ਵਿਚਾਰਾਂ ਲੈ ਕੇ ਬੈਠਾ ਸੀ ਉਹ ਵੀ ਤੇ ਢਾਉਣੀਆਂ ਹੀ ਪੈਣੀਆਂ ਸੀ ਨਾ। ਬਾਹਰੀ ਤੌਰ ਤੇ ਜਾ ਕੇ ਚੁੱਕਿਆ ਹਥੌੜਾ, ਜੋ ਚੁੱਕਿਆ ਸਾਰਾ ਕੁਝ ਉਹ ਢਾਤਾ, ਉੱਥੋਂ ਘਰ ਵਿੱਚੋਂ ਸਾਰਾ ਕੁਝ ਮਲੀਆ ਮੇਟ ਕਰਕੇ ਰੱਖਤਾ। ਮੰਨ ਲਓ ਭਾਈ ਮੰਝ ਬਾਹਰੋਂ ਢਾ ਦਿੰਦਾ ਤੇ ਅੰਦਰੋਂ ਉਹੀ ਵਿਚਾਰਾਂ ਫੇਰ ਲੈ ਕੇ ਬੈਠੇ ਰਹਿੰਦੇ ਤੇ ਕੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰ ਤੋਂ ਸਿੱਖੀ ਮਿਲ ਜਾਂਦੀ। ਜਿਵੇਂ ਆਪਾਂ ਅੱਜ ਦੇ ਸਮਾਜ ਦੀ ਹੀ ਗੱਲ ਕਰ ਲਈਏ, ਬਾਹਰੋਂ ਪਹਿਰਾਵਾ ਸਿੱਖੀ ਵਾਲਾ ਪਰ ਅੰਦਰ ਸਾਰਾ ਕੁਝ ਹੀ ਚੱਲੀ ਜਾਂਦਾ ਹੈ। ਪਹਿਰਾਵਾ ਸਿੱਖੀ ਵਾਲਾ ਪਰ ਅੰਦਰ ਉਹ ਅਜੇ ਵੀ ਵਿੱਚ ਹਰ ਧਾਰਾ ਕਿਤੇ ਨਾ ਕਿਤੇ ਬੈਠੀ ਹੈ, ਜਿਹਨੂੰ ਛੱਡ ਕੇ ਜਾਂ ਜਿਨ੍ਹਾਂ ਵਿੱਚੋਂ ਗੁਰੂ ਬਾਬਾ ਜੀ ਨੇ ਸਾਨੂੰ ਬਾਹਰ ਕੱਢਿਆ ਨਾ, ਜਿਹੜੀਆਂ ਵਿਚਾਰਧਾਰਾਵਾਂ ਦੇ ਵਿੱਚੋਂ ਅੱਜ ਫੇਰ ਅਸੀਂ ਉਹਨਾਂ ਵਿੱਚ ਹੀ ਡਿੱਗੇ ਹੋਏ ਹਾਂ, ਪਰ ਬਾਹਰੋਂ ਸਾਡਾ ਪਹਿਰਾਵਾ ਸਾਨੂੰ ਨਜ਼ਰ ਆ ਰਿਹਾ ਵੀ ਅਸੀਂ ਸਿੱਖ ਹਾਂ ਜੀ। ਜੇ ਸਿੱਖ ਹਾਂ, ਪਹਿਰਾਵਾ ਸਿੱਖੀ ਵਾਲਾ ਹੈ, ਤੇ ਫਿਰ ਚੇਤਾ ਰੱਖੀਏ ਸਾਨੂੰ ਕਿਸੇ ਹੋਰ ਤੇ ਭਰੋਸਾ ਨਹੀਂ ਸੀ ਹੋਣਾ ਚਾਹੀਦਾ। ਫਿਰ ਸਾਨੂੰ ਲਾਲ ਕਾਲੇ ਪੀਲੇ ਧਾਗਿਆਂ ਤੇ ਭਰੋਸਾ ਨਾ ਹੁੰਦਾ ਜੇ ਸਿੱਖੀ ਤੇ ਭਰੋਸਾ ਹੈ। ਫਿਰ ਨਾਰੀਅਲ ਲੱਖ ਰੱਖ ਕੇ ਅਸੀਂ ਤੋੜਦੇ ਨਹੀਂ ਸੀ ਫਿਰਦੇ ਵੀ ਹੁਣ ਮੈਂ ਅੱਜ ਇੱਥੇ ਵੀ ਨਾਰੀਅਲ ਤੋੜਿਆ ਵਾਂ ਤੇ ਇੱਥੇ ਵੀ ਸੁੱਟਿਆ ਵਾਂ, ਉਹ ਤੇ ਲਾਲ ਕੱਪੜਾ ਪਾ ਕੇ ਕਿਤੇ ਰੱਖਿਆ ਵਾਂ, ਕਾਲਾ ਬੰਨ ਕੇ ਕਿਤੇ ਰੱਖਿਆ ਵਾਂ, ਫਿਰ ਉਹ ਭਰੋਸਾ ਨਹੀਂ ਸੀ ਹੋਣਾ। ਉਹੀ ਸਿੱਖੀ ਛਡਾ ਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਮੰਝ ਨੂੰ, ਭਾਈ ਮੰਝ ਤੂੰ ਸਿੱਖੀ ਲੈਣ ਆਇਆ ਤੇ ਚੇਤਾ ਰੱਖ ਜਿਹੜੀ ਅੰਦਰ ਪਹਿਲੋਂ ਰੱਖ ਕੇ ਬੈਠਾ ਉਹ ਮਿਟਾ, ਉਹ ਸਾਫ਼ ਕਰ, ਫਿਰ ਸਾਡੀ ਸਿੱਖਿਆ ਤੇਰੇ ਪੱਲੇ ਜਾਂ ਤੇਰੀ ਕਹਿ ਲਈਏ ਵੀ ਮੱਤ ਦੇ ਅੰਦਰ ਫਿਰ ਸਾਡੀ ਸਿੱਖਿਆ ਆਏਗੀ ਜੇ ਆਪਣੀ ਪਹਿਲੀ ਸਿੱਖਿਆ ਨੂੰ ਛੱਡੇਗਾ। ਭਾਈ ਮੰਝ ਨੇ ਬਾਹਰੋਂ ਵੀ ਢਾਇਆ ਪੀਰਖਾਨਾ, ਅੰਦਰ ਵਿਚਾਰਧਾਰਾ ਵੀ ਢਾਈ, ਮੁੜ ਕੇ ਗੁਰੂ ਅਰਜਨ ਸਾਹਿਬ ਨੂੰ ਆ ਕੇ ਕਹਿੰਦੇ ਵੀ ਮਾਲਕਾ ਹੁਣ ਕਿਰਪਾ ਕਰ ਸਿੱਖੀ ਦੇ। ਫਿਰ ਸਿੱਖੀ ਮਿਲੀ। ਜਦੋਂ ਸਿੱਖੀ ਮਿਲਦੀ ਹੈ ਇੰਨੀ ਕੁ ਪਿਆਰ ਨਾਲ ਸਿੱਖੀ ਨੂੰ ਕਮਾਇਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਗਲ ਨਾਲ ਲਾ ਕੇ ਕਹਿਣਾ ਪਿਆ ਵੀ ਤੂੰ ਤੇ ਬੋਹਿਥ ਬਣ ਗਿਆ ਭਾਈ, ਤੂੰ ਤੇ ਜਹਾਜ਼ ਬਣ ਗਿਆ, ਤੂੰ ਉਹ ਬੋਹਿਥ ਬਣ ਗਿਆ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ।
ਔਰ ਜਿਹੜਾ ਐਸਾ ਮੋਹਿਤ ਹੈ ਵੀ ਹੁਣ ਇਸ ਮੋਹਿਤ ਵਿੱਚ ਜਿੰਨੇ ਮਰਜ਼ੀ ਸਵਾਰ ਹੋ ਜਾਣ ਸਾਰੇ ਹੀ ਪਾਰ ਲੰਘ ਜਾਣਗੇ। ਅੱਜ ਵੀ ਭਾਈ ਮੰਝ ਵਾਂਗੂ ਜਿਹੜਾ ਅੰਦਰੋਂ ਉਹ ਸਾਰੀਆਂ ਵਿਚਾਰਧਾਵਾਂ ਨੂੰ ਛੱਡ ਕੇ ਗੁਰੂ ਅਰਜਨ ਸਾਹਿਬ ਦੀ ਵਿਚਾਰਧਾਰਾ ਨੂੰ ਪੱਲੇ ਨਾਲ ਬੰਨ੍ਹ ਲੇਗਾ, ਪਾਰ ਲੰਘ ਜਾਏਗਾ। ਮੋਹਿਤ ਦਾ ਮਤਲਬ ਤੇ ਇਹੀ ਹੈ ਨਾ ਵੀ ਭਾਈ ਮੰਝ ਜੀ, ਜਿਵੇਂ ਤੁਸੀਂ ਸਿੱਖੀ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ, ਜਿਵੇਂ ਤੁਹਾਡੇ ਪਾਏ ਪੂਰਨਿਆਂ ਤੇ ਹੁਣ ਕੋਈ ਦੂਜਾ ਚੱਲੇਗਾ, ਤੁਹਾਡੀ ਜੀਵਨੀ ਨੂੰ ਵੇਖ ਕੇ ਕੋਈ ਦੂਜਾ ਆਪਣੀ ਜ਼ਿੰਦਗੀ ਨੂੰ ਤਬਦੀਲ ਕਰੇਗਾ, ਆਪਣੇ ਜੀਵਨ ਨੂੰ ਤਬਦੀਲ ਕਰੇਗਾ, ਉਵੇਂ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਜਿਵੇਂ ਤੁਸੀਂ ਲੰਘੇ ਹੋ। ਬਸ ਆਹੀ ਜੇ ਭਾਈ ਮੰਝ ਮੋਹਿਤ ਹੈ, ਉਹਦਾ ਜੀਵਨ ਸਾਡੇ ਲਈ ਮੋਹਿਤ ਹੈ। ਜਦੋਂ ਅਸੀਂ ਉਹਨਾਂ ਵਾਂਗੂ ਆਪਣੀ ਜ਼ਿੰਦਗੀ ਵਿੱਚ ਸਿੱਖੀ ਕਮਾਵਾਂਗੇ ਤੇ ਸੰਸਾਰ ਸਮੁੰਦਰ ਤੋਂ ਅਸੀਂ ਵੀ ਪਾਰ ਲੰਘ ਜਾਵਾਂਗੇ। ਪਰ ਪਹਿਲੋਂ ਸਾਰਾ ਕੁਝ ਛੱਡਣਾ ਪੈਣਾ। ਹੁਣ ਭਾਈ ਮੰਝ ਨੇ ਮਮਤਾ ਸਾਰੀ ਛੱਡਤੀ। ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਆ ਕੇ ਕਿੰਨਾ ਕੁਝ ਕਿਹਾ। ਲੋਭ ਛੱਡਤਾ। ਚੌਧਰੀ ਪਦ ਖੁੱਸ ਜਾਣਾ ਕੋਈ ਖੇਡ ਥੋੜੀ ਪਈ ਹੈ। ਮੋਹ ਛੱਡਤਾ। ਪਰਿਵਾਰ ਦੇ ਨਾਲ ਵੀ ਕੋਈ ਬਹੁਤਾ ਲਗਾਵ ਜਿਹੜਾ ਉਹ ਨਹੀਂ। ਹੁਣ ਜ਼ਿੰਮੇਵਾਰੀਆਂ ਤੇ ਪਰਿਵਾਰਕ ਨਿਭਾਉਣੀਆਂ ਨੇ, ਇਹ ਨਹੀਂ ਵੀ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮਨ ਕਰੋਗੇ, ਉਹ ਨਿਭਾ ਰਹੇ ਨੇ। ਅਭਿਮਾਨ ਕੋਈ ਨਹੀਂ ਰਿਹਾ। ਹੋ ਸਕਦਾ ਪਹਿਲੋਂ ਕਿਤੇ ਨਾ ਕਿਤੇ ਅਭਿਮਾਨ ਹੋਵੇ, ਮੈਂ ਚੌਧਰੀ ਹਾਂ ਪਿੰਡ ਦਾ, ਕਿਤੇ ਨਾ ਕਿਤੇ ਅਭਿਮਾਨ ਹੋਏਗਾ, ਮੈਨੂੰ ਚੌਧਰੀ ਕਹਿੰਦੇ ਨੇ। ਤੇ ਕਿਤੇ ਨਾ ਕਿਤੇ ਲੋਭ ਵੀ ਹੋਣਾ ਵੀ ਮੈਂ ਚੌਧਰੀ ਪਦ ਤੇ ਬੈਠਾ ਤੇ ਹੁਣ ਜਿਹੜਾ ਵੀ ਮੇਰੇ ਕੋਲ ਚੱਲ ਕੇ ਆਵੇ ਕੁਛ ਨਾ ਕੁਛ ਲੈ ਕੇ ਆਵੇ। ਅਪਣੱਤ ਵੀ ਹੈ, ਕਿਉਂ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਜਿਹੜੇ ਉਹ ਹੁਣ ਬੜਾ ਸਤਿਕਾਰ ਕਰਦੇ, ਬੜਾ ਅਦਬ ਕਰਦੇ, ਇੱਕ ਅਹੁਦਾ ਬੜਾ ਉੱਚਾ। ਤੇ ਉਹ ਤਕਰੀਬਨ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ 25 ਪਿੰਡਾਂ ਦਾ ਚੌਧਰੀ ਹੈ ਭਾਈ ਮੰਝ, ਜਿੱਦਣ ਕੋਲੋਂ ਚੌਧਰੀ ਪਦ ਜਾਂਦਾ ਹੈ। ਅਪਣੱਤ ਛੱਡਤੀ, ਅਪਣੱਤ ਦਾ ਭਾਰ ਲਾਤਾ ਸਿਰ ਤੋਂ, ਕਿਉਂਕਿ ਜਿੱਦਣ ਪੀਰਖਾਨਾ ਢਾਇਆ ਸੀ ਉਦਣ ਪਰਿਵਾਰਾਂ ਨੇ, ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਆ ਕੇ ਬੜਾ ਸਮਝਾਇਆ, ਮੰਝ ਆ ਤੂੰ ਚੰਗਾ ਨਹੀਂ ਕਰ ਰਿਹਾ, ਵੇਖੀ ਕਿਤੇ ਪੀਰ ਤੇਰੇ ਤੇ ਕਰੋਪੀ ਨਾ ਲੈ ਕੇ ਆ ਜੇ। ਕਹਿੰਦਾ ਵੀ ਮੈਨੂੰ ਤੁਹਾਡੀ ਲੋੜ ਨਹੀਂ। ਭਾਈ ਮੰਝ ਨੇ ਇਹੀ ਕਿਹਾ ਨਾ ਵੀ ਜਾਓ ਤੁਸੀਂ ਆਪਣੀ ਸਿਆਣਪ ਆਪਣੇ ਕੋਲ ਰੱਖੋ, ਮੈਨੂੰ ਤੁਹਾਡੀ ਸਿਆਣਪ ਦੀ ਕੋਈ ਲੋੜ ਨਹੀਂ। ਪਿੰਡ ਵਾਲੇ ਕੀ ਕਹਿੰਦੇ, ਅਸੀਂ ਤੁਹਾਨੂੰ ਚੌਧਰੀ ਪਦ ਤੇ ਨਹੀਂ ਰੱਖ ਸਕਦੇ, ਅਸੀਂ ਤੁਹਾਨੂੰ ਪਿੰਡ ਚੋਂ ਵੀ ਬਾਹਰ ਕੱਢਣਾ ਚਾਹੁੰਦੇ ਆ। ਉਦੋਂ ਭਾਈ ਮੰਝ ਲੋਭੀ ਥੋੜੀ ਹੋਇਆ ਵੀ ਨਹੀਂ ਜੀ ਮੈਨੂੰ ਚੌਧਰੀ ਪਦ ਚਾਹੀਦਾ, ਮੇਰੇ ਕੋਲੋਂ ਖੋਵੋ ਨਾ ਚੌਧਰੀ ਪਦ, ਮੈਂ ਚੌਧਰੀ ਬਣ ਕੇ ਰਹਿਣਾ ਚਾਹੁੰਦਾ। ਭਾਈ ਮੰਝ ਕਹਿੰਦੇ ਲੈ ਜਾਓ, ਮੈਨੂੰ ਤੁਹਾਡਾ ਚੌਧਰੀ ਪਦ ਹੀ ਨਹੀਂ ਚਾਹੀਦਾ। ਕੋਈ ਲੋਭ ਨਹੀਂ ਤੇ ਅਭਿਮਾਨ ਕਾਹਦਾ, ਜਦੋਂ ਸਾਰਾ ਕੁਝ ਛੱਡ ਹੀ ਦਿੱਤਾ, ਤਿਆਗ ਹੀ ਦਿੱਤਾ, ਫਿਰ ਅਭਿਮਾਨ ਕਾਹਦਾ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਭਿਮਾਨ, ਕਹੋ ਨਾਨਕ ਆਪਨ ਧਰੈ ਔਰਨ ਲੇਤ ਉਧਾਰ। ਹੁਣ ਉਹ ਭਾਈ ਮੰਝ ਨੇ ਜਦੋਂ ਸਾਰਾ ਕੁਝ ਛੱਡਿਆ, ਗੁਰੂ ਅਰਜਨ ਸਾਹਿਬ ਕਹਿੰਦੇ ਅੱਜ ਕਾਬਲ ਬਣ ਗਿਆ ਦੂਜਿਆਂ ਦੀ ਜ਼ਿੰਦਗੀ ਰਸ਼ਨਾਉਣ ਦੇ। ਭਾਈ ਮੰਝ ਤੂੰ ਐਸਾ ਦੀਪਕ ਬਣ ਚੁੱਕਾ ਹੈ, ਐਸਾ ਦੀਵਾ ਬਣ ਚੁੱਕਾ ਹੈ, ਜਿਹੜਾ ਦੂਜਿਆਂ ਦੀ ਜ਼ਿੰਦਗੀ ਵੀ ਰੌਸ਼ਨੀ ਨਾਲ ਭਰ ਦੇਗਾ, ਜਿਹੜਾ ਦੂਜਿਆਂ ਦੇ ਜੀਵਨ ਨੂੰ ਵੀ ਰੋਸ਼ਨਾ ਦੇਗਾ। ਜਿਹੜਾ ਤੁਹਾਡਾ ਸਹਾਰਾ ਲਏਗਾ ਉਹਦੀ ਜ਼ਿੰਦਗੀ 'ਚ ਚਾਨਣ ਹੀ ਚਾਨਣ ਹੋਏਗਾ। ਜਿਹੜਾ ਤੁਹਾਡਾ ਸਹਾਰਾ ਲਏਗਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਇਹੋ ਸਿੱਖਿਆ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਕੇ ਸਾਨੂੰ ਦੇ ਰਹੇ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਆਹ ਜਿਹੜੀਆਂ ਪੰਡਾਂ ਬੰਨ੍ਹ ਕੇ ਸਿਰ ਤੇ ਚੁੱਕੀ ਫਿਰਦੇ ਆ, ਇਹਨਾਂ ਨੂੰ ਤਿਆਗ ਕੇ, ਇਹਨਾਂ ਦਾ ਤਿਆਗ ਕਰਕੇ ਕਿਤੇ ਅਸੀਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ। ਜਿਉ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਹੁਣ ਖਿਆਲ ਕਰਿਓ, ਅਭਿਮਾਨ, ਲੋਭ, ਮੋਹ ਤੇ ਮਮਤਾ ਛੁੱਟੇਗੀ ਕਦੋਂ? ਜਦੋਂ ਜਗਤ ਨੂੰ ਸੁਪਨਾ ਸਮਝਣ ਲੱਗ ਜਾਗੇ। ਸੁਪਨੇ ਨਾਲ ਕਦੇ ਅਸੀਂ ਮੋਹ ਪਾ ਕੇ ਨਹੀਂ ਬੈਠੇ। ਸੁਪਨੇ ਨਾਲ ਅਸੀਂ ਕਦੇ ਮੋਹ ਪਾ ਕੇ ਨਹੀਂ ਬੈਠੇ।
ਸੁਪਨੇ ਵਿੱਚ ਘਟੀਆਂ ਘਟਨਾਵਾਂ ਨੂੰ ਅਸੀਂ ਕਦੇ ਜ਼ਿੰਦਗੀ 'ਚ ਸੱਚ ਨਹੀਂ ਬਣਾ ਸਕਦੇ। ਸੁਪਨੇ ਅੰਦਰ ਜੋ ਹਾਲਾਤ ਬਣੇ ਅਸੀਂ ਸੁਪਨਾ ਸਮਝ ਕੇ ਭੁੱਲ ਜਾਂਦੇ ਆ, ਵਿਸਾਰ ਦਿੰਦੇ ਆ ਜੀ ਸੁਪਨਾ ਹੈ। ਭਾਵੇਂ ਬੰਦਾ ਭਿਖਾਰੀ ਤੋਂ ਬਾਦਸ਼ਾਹ ਬਣ ਗਿਆ ਹੋਵੇ, ਜਦੋਂ ਅੱਖਾਂ ਖੋਲਦਾ ਉਹਨੂੰ ਸੱਚ ਪਤਾ ਵੀ ਅੱਜ ਵੀ ਭਿਖਾਰੀ ਹੋਈ ਬੈਠਾ ਮੈਂ ਨਹੀਂ ਬਾਦਸ਼ਾਹ ਬਣਿਆ, ਕਿਉਂਕਿ ਸੁਪਨਾ ਹੈ। ਤੇ ਜ਼ਿੰਦਗੀ ਵਿੱਚ ਜਦੋਂ ਅਸੀਂ ਆਪਣੇ ਇਸ ਸੰਸਾਰ ਨੂੰ, ਆਪਣੇ ਇਸ ਜੀਵਨ ਨੂੰ ਸੁਪਨਾ ਸਮਝ ਲਾਂਗੇ ਨਾ, ਉਦਣ ਚੇਤਾ ਰੱਖਿਓ ਨਾ ਆਪਣੱਤ ਹੋਏਗੀ, ਨਾ ਲੋਭ ਹੋਏਗਾ, ਨਾ ਮੋਹ ਹੋਏਗਾ ਤੇ ਨਾ ਅਭਿਮਾਨ ਹੋਏਗਾ। ਸੁਪਨੇ ਉੱਤੇ ਕਦੇ ਕਿਸੇ ਬੰਦੇ ਨੇ ਲੋਭ ਕੀਤਾ? ਸੁਪਨੇ ਉੱਤੇ ਕਦੇ ਕਿਸੇ ਬੰਦੇ ਨੇ ਅਭਿਮਾਨ ਕੀਤਾ? ਸੁਪਨੇ ਉੱਤੇ ਕਦੇ ਕੋਈ ਬੰਦਾ ਆਪਣੱਤ ਨਹੀਂ ਜੇ ਜਤਾਉਂਦਾ। ਸੁਪਨੇ ਉੱਤੇ ਕਦੇ ਕੋਈ ਬੰਦਾ ਮੋਹੀ ਨਹੀਂ ਬਣ ਕੇ ਬਹਿ ਜਾਂਦਾ, ਮੋਹਿਤ ਹੋ ਕੇ ਨਹੀਂ ਬਹਿ ਜਾਂਦਾ, ਕਿਉਂਕਿ ਉਹਨੂੰ ਪਤਾ ਹੈ ਸੁਪਨਾ ਹੀ ਹੈ। ਇਹ ਕਿਸੇ ਨੇ ਕਿਹੜਾ ਯਕੀਨ ਕਰਨਾ। ਹੁਣ ਮੰਨ ਲਓ ਇੱਕ ਇਨਸਾਨ ਨੇ ਸੁਪਨਾ ਵੇਖਿਆ, ਉਹ ਸੁਪਨੇ ਵਿੱਚ ਕੀ ਵੇਖਦਾ ਹੈ? ਅਸਲੀ ਜੀਵਨ ਕੰਗਾਲਤਾ ਭਰਿਆ ਹੈ। ਸੁਪਨੇ 'ਚ ਵੇਖ ਰਿਹਾ ਕਿ ਮੈਂ ਸਾਰੇ ਦੇਸ਼ ਦਾ ਰਾਜਾ ਬਣ ਗਿਆ, ਦੁਨੀਆ ਮੈਨੂੰ ਝੁਕ ਝੁਕ ਸਲਾਮਾਂ ਕਰਦੀ, ਦੁਨੀਆ ਝੁਕ ਝੁਕ ਕੇ ਮੇਰੇ ਅੱਗੇ ਸਿਰ ਨਵਾਉਂਦੀ, ਕੱਲੇ ਕੱਲੇ ਵੱਡੇ ਵੱਡੇ ਬਾਦਸ਼ਾਹ ਵੀ ਮੇਰੇ ਅੱਗੇ ਆ ਕੇ ਸਿਰ ਨਵਾਰੇ, ਐਡਾ ਵੱਡਾ ਬਾਦਸ਼ਾਹ ਮੈਂ ਬਣ ਗਿਆ। ਉਹਨੇ ਸੁਪਨਾ ਹੈ। ਅੱਖਾਂ ਖੋਲ ਕੇ ਜਦੋਂ ਉਹਨੇ ਸੱਚ ਵੇਖਣਾ ਕੀ ਹੈ? ਉਹੀ ਕੰਗਾਲਤਾ ਭਰੀ ਜ਼ਿੰਦਗੀ, ਉਹੀ ਟੁੱਟੀ ਦੀ ਝੌਂਪੜੀ, ਉਹੀ ਸਰੀਰ ਉੱਤੇ ਪਾਟੇ ਹੋਏ ਕੱਪੜੇ, ਉਹੀ ਬੰਨੀ ਹੋਈ ਸਿਰ ਤੇ ਜਿਹੜੀ ਦਸਤਾਰ ਹੈ ਉਹ ਗੰਦੀ ਮੈਲ ਨਾਲ ਭਰੀ ਹੋਈ, ਉਸੇ ਤਰ੍ਹਾਂ ਦਾ ਹੀ ਸਰੂਪ, ਉਹੀ ਇੱਕ ਮੰਗਤੇ ਵਾਲਾ ਸਰੂਪ ਅਜੇ ਵੀ ਉਹੀ ਬਰਕਰਾਰ ਹੈ। ਤੇ ਹੁਣ ਉਹ ਜਾ ਕੇ ਲੋਕਾਂ ਨੂੰ ਦੱਸਦਾ ਫਿਰੇ, ਮੈਂ ਬਾਦਸ਼ਾਹ ਆ, ਮੈਂ ਵੇਖਿਆ ਤੁਸੀਂ ਰਾਤੀ ਸਾਰੇ ਮੇਰੇ ਸੁਪਨੇ 'ਚ ਮੈਨੂੰ ਸਿਰ ਨਵਾਉਂਦੇ ਫਿਰਦੇ ਹੋ। ਮੈਂ ਆਪਣੇ ਸੁਪਨੇ 'ਚ ਵੇਖਿਆ ਕਿ ਤੁਸੀਂ ਤੇ ਕੀ, ਤੁਹਾਡੇ ਵੱਡੇ ਬਾਦਸ਼ਾਹ ਵੀ ਮੇਰੇ ਅੱਗੇ ਆ ਕੇ ਸਿਰ ਨਵਾਰੇ, ਮੈਂ ਵੱਡਾ ਬਾਦਸ਼ਾਹ ਆ, ਸਾਰੇ ਦੇਸ਼ ਦਾ ਮਾਲਕ ਆ। ਮੰਨ ਲੇਗਾ ਕੋਈ? ਕਿਸੇ ਨਹੀਂ ਮੰਨਣਾ, ਸਾਰੇ ਹੀ ਕਹਿਣਗੇ ਵੀ ਮੂਰਖ ਹੋ ਗਿਆ। ਗੁਰੂ ਬਾਬਾ ਜੀ ਨੇ ਵੀ ਤੇ ਕਿਰਪਾ ਕੀਤੀ ਨਾ ਬਾਣੀ 'ਚ। ਮਲਕ ਪਾਤਸ਼ਾਹ ਕਹਿੰਦੇ ਵੀ ਸੁਪਨੇ ਨਾਲ ਚਿੱਤ ਹੀ ਮੂਰਖ ਲਾਉਂਦਾ ਹੈ। ਉਹੀ ਬੰਦਾ ਹੈ ਜਿਹੜਾ ਸੁਪਨੇ ਨਾਲ ਚਿੱਤ ਲਾਏਗਾ, ਉਹਦੀ ਮੂਰਖਤਾ ਦੀ ਨਿਸ਼ਾਨੀ ਹੈ। ਸੁਪਨੇ ਨਾਲ ਚਿੱਤ ਕਿਹਨੇ ਲਾਇਆ? ਮੂਰਖ ਨੇ। ਤੇ ਜਿਹੜਾ ਹੁਣ ਮੂਰਖ ਹੋ ਕੇ ਸੁਪਨੇ ਨਾਲ ਚਿੱਤ ਲਾਏਗਾ, ਜੇ ਉਹ ਆਪਣੇ ਸੁਪਨੇ ਨੂੰ ਦੁਨੀਆ ਤੇ ਥੋਪਣ ਦੀ ਕੋਸ਼ਿਸ਼ ਕਰੇਗਾ ਤੇ ਦੁਨੀਆ ਕਹੇਗੀ ਨਾ, ਸੱਜਣਾ ਤੂੰ ਮੂਰਖ ਹੈ, ਇਹ ਤੇਰੀ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੈ। ਉਹਨੂੰ ਕੰਗਾਲਤਾ ਨੂੰ ਅਪਣਾਉਣਾ ਹੀ ਪਏਗਾ। ਉਸ ਮੰਗਤੇ ਨੂੰ ਆਪਣੀ ਜਿਹੜੀ ਕੰਗਾਲਤਾ ਹੈ, ਸੱਚ ਉਹਨੂੰ ਅਪਣਾਉਣਾ ਹੀ ਪੈਣਾ ਵੀ ਮੈਂ ਸੱਚ ਵਿੱਚ ਮੰਗਤਾ ਹੀ ਹਾਂ। ਸੁਪਨਾ ਵੇਖਿਆ ਸੀ ਇੱਕ ਬਾਦਸ਼ਾਹ ਹੋਣ ਦਾ, ਇਸ ਤੋਂ ਵੱਧ ਕੇ ਕੁਝ ਨਹੀਂ। ਤੇ ਖਿਆਲ ਰੱਖਿਓ, ਮਾਲਕ ਕਹਿੰਦੇ ਜਿਹੜਾ ਮੋਹ ਮਮਤਾ ਅਭਿਮਾਨ ਤੇ ਲੋਭ ਹੈ ਨਾ, ਉਦੋਂ ਹੀ ਛੁੱਟੇਗਾ ਜਦੋਂ ਹੀ ਸੁਪਨਾ ਮੰਨ ਲਾਂਗੇ ਵੀ ਸੰਸਾਰ ਵਾਕਈ ਸੁਪਨਾ। ਤੇ ਗੁਰੂ ਸਾਹਿਬ ਜੀ ਕਿਰਪਾ ਕਰਦਿਆਂ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਸੁਪਨੇ ਨੂੰ ਵੇਖਣਾ, ਐਸੇ ਜਗ ਕੋ ਜਾਣ। ਕਹਿੰਦੇ ਜਗਤ ਨੂੰ ਐਸਾ ਸਮਝ ਜਿਵੇਂ ਸੁਪਨਾ ਤੇ ਸੁਪਨੇ ਦਾ ਤਮਾਸ਼ਾ ਹੈ ਨਾ ਜਿਹੜਾ, ਇਹ ਜਗਤ ਸਿਰਫ ਇਹੀ ਸਮਝ, ਇੱਕ ਸੁਪਨਾ ਹੈ, ਦੂਜਾ ਤਮਾਸ਼ਾ ਹੈ। ਨਾ ਤੇ ਕਦੇ ਸੁਪਨਾ ਸੱਚ ਹੋਇਆ, ਨਾ ਹੀ ਕਦੇ ਤਮਾਸ਼ਾ ਸੱਚ ਹੋਇਆ। ਤਮਾਸ਼ਾ ਵਿਖਾਉਣ ਵਾਲਾ ਤਮਾਸ਼ਬੀਨ ਤਮਾਸ਼ਾ ਵਿਖਾ ਰਿਹਾ, ਵਿਖਾ ਕੇ ਚਲਾ ਜਾਂਦਾ, ਉਹ ਸੱਚ ਨਹੀਂ ਹੈ। ਦੋਵੇਂ ਚੀਜ਼ਾਂ ਵੇਖੋ, ਇੱਕ ਨਹੀਂ। ਸਤਿਗੁਰੂ ਨੇ ਕਿਹਾ ਭਾਈ ਤੂੰ ਖਿਆਲ ਰੱਖ, ਜਿਉਂ ਸੁਪਨਾ ਅਰ ਪੇਖਣਾ, ਅਰ ਦਾ ਮਤਲਬ ਅਤੇ, ਪੇਖਣਾ ਮਤਲਬ ਤਮਾਸ਼ਾ। ਜਿਵੇਂ ਸੁਪਨਾ ਅਤੇ ਤਮਾਸ਼ਾ ਹੈ ਨਾ, ਐਸੇ ਜਗ ਕੋ ਜਾਣ। ਦੋ ਚੀਜ਼ਾਂ, ਇੱਕ ਨਹੀਂ ਵੀ ਕਦੇ ਸੁਪਨਾ ਹੀ ਸਮਝੀ ਬੈਠੇ। ਮਾਲਕ ਕਹਿੰਦੇ ਸੁਪਨਾ ਵੀ ਹੈ ਤੇ ਤਮਾਸ਼ਾ ਵੀ ਹੈ, ਚੇਤਾ ਰੱਖੀ। ਨਾ ਕਦੇ ਸੁਪਨਾ ਸੱਚ ਹੋਇਆ, ਨਾ ਤਮਾਸ਼ਾ ਸੱਚ ਹੋਇਆ।
ਤੇ ਜਿਹੜਾ ਇਹ ਗੱਲ ਸਮਝ ਲੈਂਦਾ ਹੈ, ਗੁਰੂ ਬਾਬਾ ਜੀ ਨੇ ਫਿਰ ਕਿਰਪਾ ਕੀਤੀ, ਅੱਗੇ ਕਹਿੰਦੇ ਇਨ ਮੈਂ ਕਛ ਸਾਚੋ ਨਹੀਂ। ਤਮਾਸ਼ੇ ਵਿੱਚ ਸੱਚਾ ਕੁਝ ਵੀ ਨਹੀਂ ਹੈ, ਸੁਪਨੇ ਵਿੱਚ ਵੀ ਕੁਝ ਸੱਚਾ ਨਹੀਂ ਹੈ। ਸੁਪਨਾ ਵੇਖਣ ਵਾਲਾ ਅੱਖਾਂ ਖੋਲੇਗਾ, ਨਜ਼ਰ ਕੀ ਆਏਗਾ, ਸੁਪਨਾ ਸਾਰਾ ਅਲੋਪ ਹੋ ਗਿਆ, ਉਹ ਕੱਲਾ ਹੀ ਰਹਿ ਗਿਆ। ਸੁਪਨੇ 'ਚ ਪਤਾ ਹੀ ਨਹੀਂ ਕਿੰਨੇ ਮਨੁੱਖਾਂ ਨੂੰ ਮਿਲਿਆ, ਕਿੰਨਾ ਕਿੰਨਾ ਨਾਲ ਵਿਚਾਰ ਹੋਈ, ਕੁਝ ਨਹੀਂ ਪਤਾ। ਪਰ ਜਦੋਂ ਅੱਖਾਂ ਖੋਲੀਆਂ, ਸੁਪਨਾ ਟੁੱਟਿਆ, ਸਾਹਮਣੇ ਕੀ ਨਜ਼ਰ ਆਇਆ? ਇੱਕ ਮੈਂ ਹੀ ਆ। ਤੇ ਜਦੋਂ ਤਮਾਸ਼ੇ ਦੀ ਗੱਲ ਆਈ, ਤਮਾਸ਼ਾ ਵਿਖਾਉਣ ਵਾਲੇ ਨੇ ਤਮਾਸ਼ਾ ਵਿਖਾਉਂਦਿਆਂ ਕਿੰਨੀਆਂ ਹੀ ਕਠਪੁਤਲੀਆਂ ਲਿਆਂਦੀਆਂ, ਕਿੰਨੇ ਹੀ ਉਹਨੇ ਰੂਪ ਬਹਿਰੂਪੀਆ ਬਣ ਕੇ ਧਾਰਨ ਕੀਤੇ। ਪਰ ਜਦੋਂ ਤਮਾਸ਼ਾ ਮੁੱਕਿਆ, ਅਖੀਰ ਨਜ਼ਰ ਕੀ ਆਇਆ? ਇੱਕ ਉਹਦੇ ਹੱਥ 'ਚ ਬੈਗ ਤੇ ਇੱਕ ਤਮਾਸ਼ਾ ਵਿਖਾਉਣ ਵਾਲਾ। ਇੱਕ ਉਹਦੇ ਹੱਥ ਵਿੱਚ ਝੋਲਾ ਤੇ ਦੂਜਾ ਤਮਾਸ਼ਾ ਵਿਖਾਉਣ ਵਾਲਾ। ਸਾਰਾ ਕੁਝ ਹੀ ਖਤਮ ਹੋ ਗਿਆ। ਗੁਰੂ ਬਾਬਾ ਜੀ ਕਹਿੰਦੇ ਨੇ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਅਖੀਰ ਇੱਕੋ ਹੀ ਹੈ, ਉਹ ਜਿਹੜਾ ਸਾਰਾ ਤਮਾਸ਼ਾ ਵਿਖਾ ਰਿਹਾ ਬਾਜੀਗਰ ਬਣ ਕੇ, ਉਹ ਸੱਚਾ। ਤੇ ਜਿੰਨੇ ਏਡੇ ਵੱਡੇ ਸੁਪਨੇ ਦੀ ਰਚਨਾ ਕੀਤੀ, ਉਹ ਸੱਚਾ। ਬਾਕੀ ਸਾਰਾ ਕੁਝ ਹੀ ਝੂਠ ਹੈ। ਸਤਿਗੁਰੂ ਜੀ ਦੀ ਬਾਣੀ ਪੜੋ। ਗੁਰੂ ਨਾਨਕ ਸਾਹਿਬ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੋ ਚੀਜ਼ਾਂ ਬੜੀਆਂ ਪਹਿਲੋਂ। ਫਿਰ ਤੀਜੇ ਨੰਬਰ ਤੇ ਦੁਈ ਕੁਦਰਤ ਸਾਜੀ ਹੈ। ਫਿਰ ਚੌਥਾ ਕਰਮ ਕਰ ਆਸਨ ਡਿਠੋ ਚਾਉ। ਪਹਿਲੋਂ ਉਹਨੇ ਆਪਣਾ ਆਪ ਬਣਾਇਆ, ਦੂਜਾ ਫਿਰ ਉਹਨੇ ਆਪਣਾ ਨਾਂ ਬਣਾਇਆ। ਨਾਉ ਮਤਲਬ ਸ਼ਕਤੀ, ਸਾਰੀ ਤਾਕਤ। ਦੁਈ ਕੁਦਰਤ ਸਾਜੀ ਹੈ। ਫਿਰ ਉਹਨੇ ਸਾਰੀ ਸ੍ਰਿਸ਼ਟੀ ਜਿਹੜੀ ਨਾ, ਉਹ ਜਿਸ ਸ਼ਕਤੀ ਨਾਲ ਚੱਲਣੀ ਹੈ, ਪਹਿਲੋਂ ਉਹ ਸਾਜੀ, ਫਿਰ ਸ੍ਰਿਸ਼ਟੀ ਬਣਾਈ, ਇਹਦੇ 'ਚ ਨਾਉ ਟਕਾਤਾ। ਫਿਰ ਕਰ ਆਸਨ ਡਿਠੋ ਚਾਉਣ, ਵੇਖੀ ਜਾ ਰਿਹਾ ਉਹਨੂੰ ਬਹਿ ਕੇ। ਔਰ ਉਦੋਂ ਅੱਗੇ ਕੀ ਬਣਿਆ? ਕਹਿੰਦੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ। ਰੱਬਾ ਇੱਕ ਬੜਾ ਹੀ ਪਿਆਰਾ ਪੱਖ ਵੇਖਿਆ ਕਿ ਤੂੰ ਉਦੋਂ ਵੀ ਕਰ ਆਸਨ ਡਿਠੋ ਚਾਓ, ਉਦੋਂ ਵੀ ਤੂੰ ਬੈਠਾ ਚਾਅ ਨਾਲ ਵੇਖੀ ਜਾਂਦੇ। ਜਿਵੇਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਖਿਆ ਨਾ ਵੀ ਬਾਜੀਗਰ ਜੈਸੇ ਬਾਜੀ ਪਾਈ, ਤੇ ਕੀ ਹੋਇਆ? ਸਭ ਖਲਕ ਤਮਾਸ਼ਾ ਆਈ। ਬਸ ਇਦਾਂ ਹੀ ਸਾਰੀ ਖਲਕਤ ਜਿਹੜੀ ਹੈ ਤਮਾਸ਼ੇ ਵਿੱਚ ਆਈ ਹੋਈ ਹੈ। ਉਹ ਤਮਾਸ਼ਾ ਵਿਖਾਉਣ ਵਾਲਾ ਬਾਜੀਗਰ ਬੈਠਾ, ਸਾਰਿਆਂ ਦੀਆਂ ਹੱਥ ਵਿੱਚ ਪਕੜ ਕੇ ਡੋਰੀਆਂ ਤੇ ਬੈਠਾ ਹੋਇਆ, ਕੱਲੇ ਕੱਲੀ ਕਠਪੁਤਲੀ ਨੂੰ ਨਚਾਉਣ ਲੱਗਾ ਹੋਇਆ। ਤੇ ਕੱਲੀ ਕੱਲੀ ਕਠਪੁਤਲੀ ਨੱਚ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਦੇ। ਹੁਣ ਖਿਆਲ ਰੱਖੋ, ਅਸੀਂ ਜਦੋਂ ਜ਼ਿਕਰ ਕਰਦੇ ਆ ਨਾ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਨੇ ਕੀ ਕੀਤਾ? ਇੱਕ ਸ਼ਕਤੀ ਬਣਾਈ, ਇੱਕ ਤਾਕਤ ਬਣਾਈ, ਫਿਰ ਉਹਨੇ ਕੁਦਰਤ ਸਾਜ ਦਿੱਤੀ। ਤੇ ਮਨੁੱਖਾਂ ਨੂੰ ਜਿਹੜਾ ਉਹਨੇ ਸੰਸਾਰ ਤੇ ਪੈਦਾ ਕੀਤਾ, ਮਨੁੱਖ ਆਪ ਹੀ ਵਰਨ ਵੰਡਾਂ ਵਿੱਚ ਵੰਡੇ ਗਏ, ਆਪੇ ਹੀ ਐਸੇ ਵਰਨ ਵੰਡਾਂ ਵਿੱਚ ਵੰਡੇ ਗਏ। ਤੇ ਭਾਈ ਗੁਰਦਾਸ ਜੀ ਨੂੰ ਪੜ੍ਹੋਗੇ ਨਾ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਿ ਸੰਸਾਰ ਦੇ ਅੰਦਰ 4 ਮਜ਼ਹਬ ਜਿਹੜੇ ਨਾ ਉਹ ਬਣ ਗਏ। ਕਿਉਂਕਿ ਸਮਾਜ ਨੂੰ ਵੰਡ ਕਾਹਦੇ 'ਚ ਦਿੱਤਾ? ਅੱਧੇ ਕਹਿੰਦੇ ਅਸੀਂ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲੇ, ਅੱਧੇ ਕਹਿੰਦੇ ਅਸੀਂ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲੇ ਆ। ਅੱਲਾ ਦੀ ਤਾਕਤ, ਰੱਬ ਦੀ ਤਾਕਤ ਨੂੰ ਤੇ ਵੇਖਿਆ ਹੀ ਨਹੀਂ ਨਾ। ਭਾਵੇਂ ਉਹ ਰੱਬ ਦੀਆਂ ਹੀ ਗੱਲਾਂ ਕਰਦਾ ਹੋਵੇ, ਜੇ ਉਹਨਾਂ ਦੇ ਧਰਮ ਦਾ ਨਹੀਂ ਤੇ ਉਹਨੂੰ ਕਾਫਰ ਕਹਿੰਦੇ। ਜੇ ਉਹ ਰੱਬ ਦੀਆਂ ਗੱਲਾਂ ਕਰਨ ਵਾਲਾ, ਉਹ ਰੱਬ ਦੀਆਂ ਬਾਤਾਂ ਪਾਉਣ ਵਾਲਾ, ਉਹਨਾਂ ਦੇ ਧਰਮ ਦਾ ਨਹੀਂ ਤੇ ਮਲੇਸ਼ ਕਹਿ ਕੇ ਸੰਬੋਧਨ ਕਰ। ਇਹ ਸਾਰਿਆਂ ਵਿੱਚ ਹੀ ਇਸੇ ਤਰ੍ਹਾਂ ਹੀ ਹੈ, ਕੱਲਾ ਇੱਕ ਧਰਮ ਦੀ ਗੱਲ ਨਹੀਂ। ਅਸੀਂ ਜੇ ਆਪਣੇ ਧਰਮ ਦੀ ਵੀ ਗੱਲ ਕਰਾਂਗੇ ਤੇ ਸਾਡੇ ਵੀ ਹਾਲਾਤ ਇਹੋ ਬਣ ਚੁੱਕੇ, ਜੇ ਸਾਡੇ ਧਰਮ ਦੀ ਗੱਲ ਨਹੀਂ ਕਰਦਾ ਤੇ ਅਸੀਂ ਉਹਨੂੰ ਕਹਿੰਦੇ ਵੀ ਨਹੀਂ ਤੂੰ ਚੰਗਾ ਹੀ ਨਹੀਂ ਹੈ, ਤੂੰ ਬਹੁਤ ਮਾੜਾ ਹੈ। ਗੁਰੂ ਬਾਬਾ ਜੀ ਨੇ ਇਹ ਫਿਲਾਸਫੀ ਤੇ ਸਾਨੂੰ ਦਿੱਤੀ ਨਹੀਂ ਸੀ। ਧਰਮ ਤੇ ਸਾਰਿਆਂ ਦੇ ਹੀ ਸਤਿਕਾਰਯੋਗ ਨੇ। ਹਰ ਧਰਮ ਦੇ ਬੰਦੇ ਨੂੰ ਆਪਣਾ ਧਰਮ ਚੰਗਾ ਲੱਗਦਾ, ਪਰ ਇੰਨਾ ਹੱਕ ਕਿਸੇ ਨੂੰ ਵੀ ਨਹੀਂ ਹੈ ਕਿ ਉਹ ਆਪਣੇ ਧਰਮ ਦੀ ਵਡਿਆਈ ਕਰਦਾ ਤੇ ਦੂਜੇ ਧਰਮ ਨੂੰ ਮਾੜਾ ਕਹਿਣ ਲੱਗ ਜਾਏ। ਇਹ ਹੱਕ ਕਿਸੇ ਨੂੰ ਵੀ ਨਹੀਂ। ਸੱਜਣਾ, ਤੂੰ ਆਪਣੇ ਧਰਮ ਦੀ ਵਡਿਆਈ ਕਰਦਾ ਹੈ, ਦੂਜੇ ਧਰਮ ਦੀ ਜੇ ਤੂੰ ਵਡਿਆਈ ਨਹੀਂ ਕਰ ਸਕਦਾ ਤੇ ਤੈਨੂੰ ਮਾੜਾ ਕਹਿਣ ਦਾ ਵੀ ਕੋਈ ਹੱਕ ਨਹੀਂ।
ਤੇ ਫਿਰ ਖਿਆਲ ਰੱਖਿਓ ਤੇ ਅਕਸਰ ਨਾ ਜੀਵ ਜਦੋਂ ਇਸ ਤਰੀਕੇ ਨਾਲ ਗਿਆਨ ਇਕੱਠਾ ਕਰ ਲੈਂਦਾ ਹੈ ਤੇ ਉਦੋਂ, ਕਿਉਂਕਿ ਗਿਆਨ ਵੀ ਜਿਹੜਾ ਨਾ, ਆਪਾਂ ਅਕਸਰ ਇੱਕ ਜ਼ਿਕਰ ਕਰਦੇ ਹਾਂ ਵਾਦ ਤੇ ਵਿਵਾਦ। ਵਾਦ ਗਲਤ ਨਹੀਂ ਹੈ, ਵਿਵਾਦ ਗਲਤ ਹੈ। ਜਦੋਂ ਵਾਦ ਦੇ ਅੱਖਰੀ ਅਰਥ ਕਰਾਂਗੇ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ, ਵਾਦ ਹੋਣਾ ਚਾਹੀਦਾ ਹੈ। ਜਿੱਥੇ ਅਸੀਂ ਵਿਚਾਰ ਸੁਣ ਵੀ ਰਹੇ ਹਾਂ ਤੇ ਸੁਣਾ ਵੀ ਰਹੇ ਹਾਂ, ਉਹਨੂੰ ਕਹਿੰਦੇ ਵਾਦ। ਤੇ ਜਿੱਥੇ ਅਸੀਂ ਸਿਰਫ ਵਿਚਾਰ ਸੁਣਾ ਰਹੇ ਹਾਂ, ਸੁਣਾ ਕੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨੂੰ ਕਹਿੰਦੇ ਵਿਵਾਦ। ਜਿੱਥੇ ਝਗੜਾ ਉਪਜ ਪਏ, ਜਿੱਥੇ ਬਖੇੜਾ ਖੜਾ ਹੋ ਜਾਏ ਸਿਰਫ ਵਿਚਾਰਾਂ ਦੇ ਆਧਾਰ ਤੇ, ਜਿੱਥੇ ਝਗੜਾ ਖੜਾ ਹੋ ਜਾਏ, ਬਹਿਸ ਖੜੀ ਹੋ ਜਾਏ, ਉਹਨੂੰ ਵਿਵਾਦ ਕਹਿੰਦੇ ਨੇ। ਵਾਦ ਤੇ ਸਾਨੂੰ ਕਰਨਾ ਚਾਹੀਦਾ ਹੈ, ਆਦਾਨ ਪ੍ਰਦਾਨ ਸਾਡੀਆਂ ਵਿਚਾਰਾਂ ਦਾ, ਵੀ ਅਸੀਂ ਉਹਦੀਆਂ ਚਾਰ ਗੱਲਾਂ ਸੁਣੀਏ, ਮੈਂ ਮੰਨਾਂ, ਮੈਂ ਆਪਣੀਆਂ ਚਾਰ ਗੱਲਾਂ ਸੁਣਾਵਾਂ ਤੇ ਉਹ ਮੰਨੇ, ਤੇ ਉਹਨੂੰ ਕਹਿੰਦੇ ਵਾਦ। ਪਰ ਜਦੋਂ ਅਸੀਂ ਉਹਦੀਆਂ ਸੁਣ ਕੇ ਅਣਸੁਣੀਆਂ ਕਰ ਦਈਏ, ਆਪਣੀਆਂ ਸੁਣਾ ਕੇ ਅਸੀਂ ਥੋਪਣਾ ਚਾਹੀਏ, ਉਹਨੂੰ ਕਹਿੰਦੇ ਵਿਵਾਦ। ਤੇ ਅਕਸਰ ਧਰਮ ਦੀ ਦੁਨੀਆ 'ਚ ਇਹੀ ਚੱਲਦਾ ਹੈ। ਜੋ ਮੈਂ ਕਹਤਾ ਉਹ ਠੀਕ ਹੈ, ਜੋ ਦੂਜਾ ਕਹਿ ਰਿਹਾ ਉਹ ਗਲਤ ਹੈ। ਅਕਸਰ ਧਰਮ ਦੀ ਦੁਨੀਆ 'ਚ ਇਹੋ ਚੱਲਦਾ। ਇੱਕ ਨਾ ਬੜਾ ਪਿਆਰਾ ਜ਼ਿਕਰ ਕੀਤਾ, ਇੱਕ ਇਨਸਾਨ ਸੀ, ਉਹਨੂੰ ਆਦਤ ਸੀ ਵੀ ਆਪਣੇ ਗਿਆਨ ਨੂੰ ਨਾ ਪ੍ਰਗਟ ਕਰਨਾ ਸਮਾਜ ਦੇ ਸਾਹਮਣੇ, ਆਪ ਹੀ ਸਵਾਲ ਕਰ ਲੈਣੇ, ਆਪ ਹੀ ਜਵਾਬ ਦੇ ਦੇਣਾ। ਇੱਕ ਦਿਨ ਕੀ ਹੋਇਆ ਵੀ ਉਹਨੇ ਜਾਣਾ ਨਗਰ ਵਿੱਚ, ਨਗਰ ਦੇ ਲੋਕਾਂ ਨੂੰ ਇਕੱਠਿਆਂ ਕਰ ਲੈਣਾ, ਕਰਕੇ ਇਕੱਠਿਆਂ ਤੇ ਉਹਨੇ ਸਵਾਲ ਕਰਨਾ, ਆਪੇ ਜਵਾਬ ਦੇਣਾ। ਦੁਨੀਆ, ਨਗਰ ਦੇ ਲੋਕ ਬੜੇ ਉਹ ਹੋ ਗਏ, ਉਹਦੇ ਤੋਂ ਬੜੇ ਦੁੱਖ ਵਿੱਚ ਆ ਗਏ, ਉਹ ਦੁਖੀ ਬੜੇ ਹੋ ਗਏ ਵੀ ਤੇ ਰੋਜ਼ ਹੀ ਆ ਕੇ ਸਾਡੇ ਨਾਲ ਇਦਾਂ ਕਰਨ ਲੱਗ ਜਾਂਦਾ। ਇੱਕ ਦਿਨ ਆਇਆ, ਉਹ ਗਿਆ ਤੇ ਉਹਨੇ ਸਵਾਲ ਕੀਤਾ, ਉਹ ਨਗਰ ਦੇ ਲੋਕਾਂ ਨੇ ਬਹੁਤੀ ਗੱਲ ਹੀ ਨਾ ਗੌਲੀ, ਨਾ ਕੋਈ ਉਹਨਾਂ ਨੇ ਜਵਾਬ ਦਿੱਤਾ, ਨਾ ਕੋਈ ਉਹਨਾਂ ਨਾਲ ਉਹਦੇ ਨਾਲ ਵਿਚਾਰ ਕੀਤੀ। ਉਹ ਚੁੱਪ ਕਰਕੇ ਬੈਠਾ ਰਿਹਾ, ਸੁਣੀ ਗਿਆ। ਕਿਸੇ ਪ੍ਰਕਾਰ ਵੀ ਉਹਦੀ ਗੱਲ ਵੱਲ ਕਿਸੇ ਨੇ ਬਹੁਤਾ ਕੋਈ ਗੌਰ ਨਹੀਂ ਕੀਤਾ। ਜਦੋਂ ਕਿਸੇ ਨੇ ਕੋਈ ਵਿਚਾਰ ਨਾ ਦਿੱਤੀ, ਕੋਈ ਜਵਾਬ ਨਾ, ਕੋਈ ਸਵਾਲ ਨਾ, ਕੁਛ ਨਾ ਕੀਤਾ, ਉਹਨੇ ਵੇਖਿਆ ਵੀ ਹੁਣ ਮੇਰੇ ਅੱਜ ਅਭਿਮਾਨ ਨੂੰ ਨਾ, ਹਉਮੈ ਨੂੰ, ਮੇਰੀ ਨੂੰ ਪੱਠੇ ਨਹੀਂ ਪਏ। ਉੱਥੋਂ ਉੱਠ ਕੇ ਆ ਗਿਆ, ਰਾਹ 'ਚ ਤੁਰਿਆ ਜਾਂਦਾ, ਇੱਕ ਬਾਲਕ ਮਿਲ ਗਿਆ ਉਹਨੂੰ, ਬੱਚਾ ਮਿਲ ਗਿਆ। ਹੁਣ ਜਦੋਂ ਬੱਚਾ ਮਿਲਿਆ ਤੇ ਬੱਚੇ ਦੇ ਹੱਥ 'ਚ ਫੜਿਆ ਹੋਇਆ ਸੀ ਦੀਵਾ। ਉਹ ਦੀਵਾ ਫੜਿਆ, ਉਹਦੀ ਜੋਤ ਜਾਗ ਰਹੀ ਹੈ, ਰੌਸ਼ਨੀ, ਉਹ ਦੀਵਾ ਲਟ ਲਟ ਬਲ ਰਿਹਾ। ਉਹਨੂੰ ਕਹਿੰਦਾ ਤੇਰੇ ਹੱਥ 'ਚ ਦੀਵਾ ਹੈ? ਕਹਿੰਦਾ ਜੀ ਹਾਂ ਮੇਰੇ ਕੋਲ ਦੀਵਾ ਹੈ। ਹੁਣ ਸਵਾਲ ਹੀ ਕਰਨਾ ਨਾ, ਅਭਿਮਾਨ ਨੂੰ, ਹਉਮੈ ਨੂੰ ਪੱਠੇ ਪਵਾਉਣੇ। ਪਰ ਇਹ ਨਹੀਂ ਸੀ ਪਤਾ ਵੀ ਜਿਹਨੂੰ ਮੈਂ ਪੁੱਛਣ ਲੱਗਾ ਉਹ ਅੱਗੋਂ ਮੇਰੇ ਤੋਂ ਵੀ ਗਾਂਹ ਲੰਘਿਆ ਹੋਇਆ। ਉਹਨੂੰ ਕਹਿੰਦਾ ਵੀ ਤੂੰ ਹੱਥ 'ਚ ਦੀਵਾ ਫੜਿਆ? ਕਹਿੰਦਾ ਜੀ ਹਾਂ ਮੈਂ ਦੀਵਾ ਫੜਿਆ। ਉਹ ਕਹਿੰਦਾ ਦੀਵਾ ਰੌਸ਼ਨੀ ਵੀ ਦਿੰਦਾ? ਕਹਿੰਦਾ ਜੀ ਹਾਂ ਦੀਵਾ ਰੌਸ਼ਨੀ ਵੀ ਦਿੰਦਾ ਹੈ। ਕਹਿੰਦਾ ਮੈਨੂੰ ਇਹ ਦੱਸ ਵੀ ਜਦੋਂ ਤੂੰ ਦੀਵਾ ਜਗਾਇਆ ਸੀ ਇਹਦੀ ਜੋਤ ਕਿੱਥੋਂ ਆਈ ਸੀ? ਹੁਣ ਇਹ ਸਵਾਲ ਹੈ ਵੀ ਤੂੰ ਜਦੋਂ ਦੀਵਾ ਬਾਲਿਆ ਤੇ ਮੈਨੂੰ ਇਹ ਦੱਸ ਵੀ ਦੀਵਾ ਬਾਲ ਕੇ ਦੀ ਜੋਤ ਆਈ ਕਿੱਥੋਂ ਹੈ? ਉਹ ਅੱਗੋਂ ਜਿਹੜਾ ਬੱਚਾ ਤੁਰੇ ਸੀ ਉਹਦੇ ਨਾਲ ਖੜਾ ਸੁਣਦਾ ਰਿਹਾ। ਉਹਨੇ ਜਵਾਬ ਤੇ ਕੀ ਦੇਣਾ ਸੀ, ਉਹਨੇ ਫੂਕ ਮਾਰ ਕੇ ਬੁਝਾਤਾ। ਕਹਿੰਦਾ ਤੂੰ ਦੱਸ ਜੋਤ ਗਈ ਕਿੱਥੇ ਹੈ? ਵੀ ਤੂੰ ਮੈਨੂੰ ਪੁੱਛ ਰਿਹਾ ਜੋਤ ਆਈ ਕਿੱਥੋਂ ਹੈ? ਉਹਨੇ ਫੂਕ ਮਾਰ ਕੇ ਦੀਵਾ ਬੁਝਾਤਾ। ਕਹਿੰਦਾ ਤੂੰ ਦੱਸ ਹੁਣ ਜੋਤ ਗਈ ਕਿੱਥੇ ਹੈ? ਉਹ ਵਿਚਾਰਾ ਉੱਥੇ ਖੜਾ, ਉਹਦੇ ਚਿਹਰੇ ਵੱਲ ਝਾਕ ਕੇ ਵੀ ਹੁਣ ਇਹਨੂੰ ਮੈਂ ਕਵਾਂ ਕੀ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਉਹ ਗੱਲ ਕਰਾਂਗੇ ਨਾ ਵੀ ਜੋ ਅਸੀਂ ਕਹਤਾ ਉਹ ਠੀਕ ਹੈ, ਨਹੀਂ ਹੋ ਸਕਦਾ ਅਗਲੇ ਦੀ ਵਿਚਾਰਧਾਰਾ ਸਾਡੇ ਤੋਂ ਵੀ ਚੰਗੀ ਹੋਵੇ। ਦੀਵੇ, ਇਹ ਸਿਆਣਿਆਂ ਦਾ ਇੱਕ ਅਖਾਣ ਹੈ ਕਿ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੈ। ਤੇ ਜੇ ਅਸੀਂ ਉਸ ਦੀਵੇ ਦੇ ਹਨੇਰੇ ਨੂੰ ਮੁਕਾਉਣਾ ਚਾਹੁੰਦੇ ਹਾਂ ਨਾ, ਉਹਦੇ ਸਾਹਮਣੇ ਉਹਦੇ ਨਾਲ ਰਲਾ ਕੇ ਇੱਕ ਦੂਜਾ ਦੀਵਾ ਬਾਲਣਾ ਪੈਣਾ। ਜਦੋਂ ਦੂਜਾ ਦੀਵਾ ਬਲ ਪਏਗਾ ਫਿਰ ਦੋਵਾਂ ਦੇ ਥੱਲੇ ਹਨੇਰੇ ਮੁੱਕ ਜਾਣਗੇ, ਦੋਵਾਂ ਦੇ ਥੱਲੜਾ ਹਨੇਰਾ ਮੁੱਕ ਜਾਏਗਾ। ਤੇ ਗੁਰੂ ਸਾਹਿਬ ਨੇ ਕਿਰਪਾ ਅੱਜ ਇਹੋ ਕੀਤੀ, ਭਾਈ ਇਹ ਗਿਆਨ ਆਪਣੇ ਪੱਲੇ ਨਾਲ ਬੰਨ ਲਾ ਕਿ ਤੇਰੇ ਜੀਵਨ ਅੰਦਰ ਚਾਨਣ ਹੋ ਜਾਏ ਕਿ ਤੂੰ ਜੋ ਵੇਖ ਰਿਹਾ ਸਾਰੇ ਦਾ ਸਾਰਾ ਸੁਪਨਾ ਤੇ ਇੱਕ ਤਮਾਸ਼ਾ ਹੀ ਹੈ, ਇਹਦੇ ਤੋਂ ਵੱਧ ਕੇ ਕੁਛ ਨਹੀਂ ਹੈ।
ਤੇ ਤਮਾਸ਼ੇ ਨਾਲ ਚਿੱਤ ਲਾ ਕੇ ਵੀ ਕਦੇ ਕੁਝ ਨਹੀਂ ਉਹ ਮਿਲਿਆ, ਸੁਪਨੇ ਨਾਲ ਚਿੱਤ ਲਾ ਕੇ ਵੀ ਕਦੇ ਕੁਝ ਨਹੀਂ ਉਹ ਮਿਲਿਆ। ਸੁਪਨਾ ਵੀ ਨਾਸ਼ ਹੋਣਾ, ਬਸ ਫਰਕ ਇੰਨਾ ਹੈ, ਅੱਜ ਇਹ ਸੁਪਨਾ ਤੂੰ ਅੱਖਾਂ ਖੁੱਲੀਆਂ ਨਾਲ ਵੇਖਦਾ, ਸੱਜਣਾ ਜਿੱਦਣ ਬੰਦ ਹੋ ਗਈਆਂ ਉਸੇ ਦਿਨ ਸੁਪਨਾ ਟੁੱਟ ਜਾਣਾ। ਬੰਦ ਅੱਖਾਂ ਨਾਲ ਵੇਖਿਆ ਸੁਪਨਾ ਤੂੰ ਕਦੇ ਸੱਚ ਨਹੀਂ ਮੰਨਿਆ, ਤੇ ਖੁੱਲੀਆਂ ਅੱਖਾਂ ਨਾਲ ਵੇਖਿਆ ਸੁਪਨਾ ਅੱਜ ਤੱਕ ਕਿਉਂ ਸੱਚ ਮੰਨ ਕੇ ਬੈਠਾ ਹੈ। ਸਤਿਗੁਰੂ ਕਹਿੰਦੇ ਇਹਨੂੰ ਵੀ ਸੁਪਨਾ ਸਮਝ, ਕਦੇ ਤਮਾਸ਼ਾ ਵਿਖਾਉਣ ਵਾਲੇ ਨਾਲ ਤੂੰ ਬਹਿਸ ਨਹੀਂ ਕੀਤੀ, ਤਮਾਸ਼ਾ ਵਿਖਾਉਣ ਵਾਲੇ ਨਾਲ ਕਦੇ ਤੂੰ ਝਗੜਾ ਨਹੀਂ ਕੀਤਾ, ਤਮਾਸ਼ਾ ਵਿਖਾਉਣ ਵਾਲੇ ਨਾਲ ਕਦੇ ਤੂੰ ਲੜਾਈ ਨਹੀਂ ਕੀਤੀ। ਉਹਨੂੰ ਇਹ ਨਹੀਂ ਕਿਹਾ ਵੀ ਤੂੰ ਜੋ ਤਮਾਸ਼ਾ ਵਿਖਾਉਂਦਾ ਸੀ ਹੁਣ ਉਹ ਦੱਸ ਸਾਰਾ ਕੁਝ ਅਲੋਪ ਕਿੱਥੇ ਕਰ ਗਿਆ, ਮੈਂ ਉਹਨੂੰ ਸੱਚ ਵੇਖਣਾ ਚਾਹੁੰਦਾ। ਤੂੰ ਵੀ ਇੰਜੋਇਮੈਂਟ ਕਰਕੇ, ਐਂਟਰਟੇਨਮੈਂਟ ਕਰਕੇ ਆਪਣੇ ਆਪ ਨੂੰ ਚੰਗਾ ਮੰਨ ਲੈਣਾ ਕਿ ਮੈਂ ਇੰਜੋਏ ਕਰ ਲਿਆ, ਮੈਂ ਤਮਾਸ਼ਾ ਵੇਖ ਕੇ ਆਇਆ, ਕਦੇ ਝਗੜ ਕੇ ਨਹੀਂ ਆਇਆ। ਤੇ ਫਿਰ ਮਨੁੱਖਾ ਜਿਹੜਾ ਤਮਾਸ਼ਾ ਰੱਬ ਵਿਖਾ ਰਿਹਾ ਇਹਨੂੰ ਸੱਚ ਕਿਉਂ ਮੰਨ ਕੇ ਬੈਠਾ ਹੈ? ਤੇ ਇਹ ਵੀ ਇੱਕ ਤਮਾਸ਼ਾ ਹੀ ਹੈ ਨਾ, ਨਾਚ ਤੇ ਕਠਪੁਤਲੀਆਂ ਦਾ ਹੀ ਹੈ। ਨੱਚ ਰਹੀਆਂ, ਭਾਂਤ ਭਾਂਤ ਨਾਲ ਨੱਚ ਰਹੀਆਂ। ਭਗਤ ਰਵਿਦਾਸ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਮਿੱਟੀ ਦਾ ਪੁਤਲਾ ਨੱਚਿਆ ਹੀ ਫਿਰਦਾ, ਸਾਰਾ ਦਿਨ ਭੱਜਿਆ ਹੀ ਫਿਰਦਾ ਹੈ। ਤੇ ਇਹ ਇਸ ਤਰੀਕੇ ਨਾਲ ਨੱਚਦਾ, ਭੱਜਿਆ ਫਿਰਦਾ, ਦੌੜਿਆ ਫਿਰਦਾ। ਕਹਿੰਦੇ ਮੈਂ ਵੇਖਦਾ ਆ ਵੀ ਬੋਲਦਾ ਵੀ ਹੈ, ਸੁਣਦਾ ਵੀ ਹੈ, ਦੌੜਿਆ ਫਿਰਦਾ। ਤੇ ਜਦੋਂ ਕਿਤੇ ਕੁਝ ਮਿਲ ਜੇ ਅਭਿਮਾਨੀ ਹੋ ਜਾਂਦਾ, ਗਰਬ ਨਾਲ ਫੁੱਲ ਜਾਂਦਾ। ਜਦੋਂ ਕਿਤੇ ਕੁਝ ਚਲਾ ਜਾਏ ਫਿਰ ਢਹਿ ਢੇਰੀ ਹੋ ਜਾਂਦਾ। ਕਿੱਡਾ ਪਿਆਰਾ ਉਹਨਾਂ ਨੇ ਜ਼ਿਕਰ ਕੀਤਾ, ਮਾਟੀ ਕੋ ਪੁੱਤਰਾ ਕੈਸੇ ਨੱਚਤਾ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ, ਜਬ ਕਸ਼ ਪਾਵੇ ਤਬ ਗਰਭ ਕਰਤ। ਫੁੱਲ ਗਿਆ ਵੀ ਮੇਰੇ ਕੋਲ ਹੈ ਸਾਰਾ ਕੁਝ ਹੀ, ਮਾਇਆ ਗਈ ਤਬ ਰੋਵਨ ਲੱਗਾ। ਫਿਰ ਕੁਰਲਾ ਉੱਠਦਾ, ਵਿਲਕ ਉੱਠਦਾ, ਤੜਫ ਉੱਠਦਾ, ਮੇਰੇ ਕੋਲੋਂ ਚਲੀ ਗਈ। ਸਤਿਗੁਰੂ ਕਹਿੰਦੇ ਸੱਜਣਾ ਸੱਚ ਇਹੀ ਹੈ, ਤੂੰ ਜੋ ਵੇਖ ਰਿਹਾ ਸੁਪਨਾ ਨਾਸ਼ਵਾਨ ਹੈ, ਇਹਨੇ ਕਦੇ ਸਥਿਰਤਾ। ਵੇਖਣ ਵਾਲਾ ਹੀ ਜਿਹੜਾ ਤੈਨੂੰ ਦਿਸ ਰਿਹਾ ਉਹ ਹੀ ਸੁਪਨਾ ਨਹੀਂ ਹੈ, ਤੂੰ ਆਪ ਵੀ ਸੁਪਨੇ ਦਾ ਇੱਕ ਹਿੱਸਾ ਹੀ ਹੈ। ਸੁਪਨਾ ਵੀ ਟੁੱਟਣਾ ਤੇ ਤੂੰ ਵੀ ਟੁੱਟਣਾ। ਜੋ ਤੂੰ ਤਮਾਸ਼ਾ ਵੇਖ ਰਿਹਾ ਨਾ ਉਹ ਤਮਾਸ਼ਾ ਕੱਲਾ ਤਮਾਸ਼ਾ ਨਹੀਂ ਹੈ, ਤੂੰ ਵੀ ਉਸ ਤਮਾਸ਼ੇ ਦੀ ਇੱਕ ਕਠਪੁਤਲੀ ਹੋਈ ਹੈ। ਜਿੰਨਾ ਚਿਰ ਉਹ ਵਿਖਾਉਣ ਵਾਲਾ ਤਮਾਸ਼ਾ ਤੈਨੂੰ ਇੱਕ ਕਠਪੁਤਲੀ ਦੇ ਰੂਪ ਚ ਬਰਕਰਾਰ ਰੱਖ ਕੇ ਤਮਾਸ਼ਾ ਵਿਖਾ ਰਿਹਾ ਨਾ, ਤੂੰ ਉਹਨਾਂ ਚਿਰ ਹੀ ਵੇਖ ਰਿਹਾ। ਹੋ ਸਕਦਾ ਤਮਾਸ਼ਾ ਚੱਲੀ ਜਾਏ, ਤੈਨੂੰ ਚੁੱਕ ਕੇ ਅਗਲਾ ਆਪਣੇ ਝੋਲੇ ਚ ਪਾ ਲੇ। ਤਮਾਸ਼ਾ ਤੇ ਚੱਲੀ ਜਾਣਾ ਨਾ। ਉਹ ਜਿਹੜਾ ਕਠਪੁਤਲੀਆਂ ਦਾ ਨਾਚ ਕਰਾਉਣ ਵਾਲਾ ਹੈ ਉਹਨੇ ਨਾਚ ਕਰਾਈ ਜਾਣਾ। ਜਿਹੜੀ ਕਠਪੁਤਲੀ ਨੂੰ ਉਹਨੇ ਚਾਹਿਆ ਉਹਨੇ ਚੁੱਕ ਕੇ ਝੋਲੇ ਚ ਪਾ ਲੈਣਾ, ਨਾਚ ਤੇ ਉਦੋਂ ਬਾਅਦ ਚ ਵੀ ਚੱਲੀ ਜਾਣਾ। ਇੱਕ ਬੰਦੇ ਦੇ ਜਾਣ ਨਾਲ ਤਮਾਸ਼ਾ ਨਹੀਂ ਮੁੱਕ ਜਾਣਾ, ਇੱਕ ਮਨੁੱਖ ਦੇ ਸੰਸਾਰ ਤੋਂ ਚਲੇ ਜਾਣ ਨਾਲ ਸੁਪਨਾ ਖਤਮ ਨਹੀਂ ਹੋ ਜਾਣਾ, ਸੁਪਨਾ ਫਿਰ ਵੀ ਚੱਲੀ ਜਾਣਾ। ਵੇਖਣ ਵਾਲਾ ਚਲੇ ਗਿਆ, ਜਿਹੜਾ ਸੱਚ ਮੰਨ ਕੇ ਬੈਠਾ ਸੀ ਉਹ ਅਲੋਪ ਹੋ ਗਿਆ। ਤੇ ਜਿਹੜਾ ਕਠਪੁਤਲੀਆਂ ਦਾ ਨਾਚ ਵੇਖਦਾ ਹੋਇਆ ਇਹ ਕਹੀ ਜਾਂਦਾ ਸੀ ਨਾ ਇਹ ਸਾਰਾ ਕੁਝ ਹੀ ਸੱਚ ਹੈ, ਉਹ ਰੱਬ ਨੇ ਵੇਖਿਆ ਇਹ ਕਠਪੁਤਲੀ ਦਾ ਸਮਾਂ ਹੋ ਗਿਆ, ਉਹਨੇ ਚੁੱਕ ਕੇ ਆਪਣੇ ਝੋਲੇ 'ਚ ਪਾ ਲਈ, ਉਹ ਖਤਮ ਹੋ ਗਈ ਉਸ ਤਮਾਸ਼ੇ ਵਿੱਚੋਂ। ਪਰ ਤਮਾਸ਼ਾ ਅਜੇ ਵੀ ਚੱਲੀ ਜਾਂਦਾ। ਅਸੀਂ ਸਾਰੇ ਤਮਾਸ਼ੇ ਦਾ ਇੱਕ ਹਿੱਸਾ ਆ। ਤੇ ਸਮੇਂ-ਸਮੇਂ ਦੇ ਉੱਤੇ ਰੱਬ ਜਦੋਂ ਚਾਹੁੰਦਾ ਉਹ ਇੱਕ ਇੱਕ ਕਠਪੁਤਲੀ ਨੂੰ ਆਪਣੇ ਝੋਲੇ ਵਿੱਚ ਵਾਪਸ ਪਾਈ ਜਾਂਦਾ। ਉਹਨੇ ਇਦਾਂ ਹੀ ਜਿੱਦਣ ਸਾਰਾ ਤਮਾਸ਼ਾ ਸਮੇਟਣਾ। ਸਤਿਗੁਰੂ ਕਹਿੰਦੇ ਖਿਆਲ ਰੱਖੀਏ ਉਸ ਦਿਨ ਇੱਕ ਭਗਵਾਨ ਹੀ ਬਾਕੀ ਰਹਿ ਜਾਣਾ, ਬਾਕੀ ਸਾਰੇ ਦਾ ਸਾਰਾ ਤਮਾਸ਼ਾ ਉਹਨੇ ਆਪਣੇ ਝੋਲੇ 'ਚ ਪਾ ਲੈਣਾ। ਮਤਲਬ ਸਾਰਾ ਕੁਝ ਉਹਨੇ ਸਮੇਟ ਲੈਣਾ। ਜਦੋਂ ਉਹਨੇ ਪਸਾਰਨ ਲੱਗਿਆ, ਪਸਾਰਾ ਸਾਨੂੰ ਨਹੀਂ ਪੁੱਛਿਆ, ਉਹਨੇ ਪਸਾਰਾ ਪਸਾਰ ਦਿੱਤਾ। ਤੇ ਜਿੱਦਣ ਉਹਨੇ ਸਮੇਟਣਾ ਉਹਨੇ ਸਾਨੂੰ ਪੁੱਛ ਕੇ ਨਹੀਂ ਸਮੇਟਣਾ ਵੀ ਮੈਂ ਸਮੇਟਾਂ ਕਿ ਨਾ ਸਮੇਟਾਂ। ਜਿੱਦਣ ਉਹਨੇ ਪਸਾਰਾ ਪਸਾਰਨਾ ਸੀ ਉਦਣ ਵੀ ਇਕੱਲਾ ਸੀ, ਪਸਾਰ ਲਿਆ ਅੱਜ ਵੀ ਇਕੱਲਾ ਹੈ। ਜਿੱਦਣ ਸਮੇਟੇਗਾ ਉਦਣ ਵੀ ਇਕੱਲਾ ਹੀ ਹੋਏਗਾ, ਉਦਣ ਕੋਈ ਦੂਜਾ ਉਹਨੇ ਨਾਲ ਨਹੀਂ ਲਾਉਣਾ ਵੀ ਆ ਜੋ ਆਪਾਂ ਪਸਾਰਾ ਸਮੇਟ ਲਈਏ। ਸਤਿਗੁਰੂ ਜੀ ਨੇ ਅੱਜ ਕਿਰਪਾ ਕਰਕੇ ਇਹੋ ਸਿੱਖਿਆਵਾਂ ਸਾਡੀ ਝੋਲੀ ਵਿੱਚ ਪਾਈਆਂ
ਕਿ ਜੇ ਸੰਸਾਰ ਸਮੁੰਦਰ ਤਰਨਾ ਫਿਰ ਲੋਭ ਮੋਹ ਅਭਿਮਾਨ ਇਹ ਸਾਰੀਆਂ ਚੀਜ਼ਾਂ ਛੱਡ। ਇਹ ਉਦੋਂ ਹੀ ਛੱਡਾਂਗੇ ਜਦੋਂ ਜਗਤ ਨੂੰ ਇੱਕ ਤਮਾਸ਼ਾ ਤੇ ਅਸੀਂ ਸੁਪਨਾ ਮੰਨ ਲਵਾਂਗੇ। ਜਦੋਂ ਤਮਾਸ਼ਾ ਤੇ ਸੁਪਨਾ ਮੰਨ ਕੇ ਚੱਲਾਂਗੇ ਫਿਰ ਨਜ਼ਰ ਕੀ ਆਏਗਾ ਕਿ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਭਗਵਾਨ ਤੋਂ ਬਿਨਾ ਕੁਝ ਵੀ ਸੱਚਾ ਨਹੀਂ। ਇੱਕ ਉਹੀ ਹੈ ਜਿਹੜਾ ਸਦੀਵ ਰਹਿਣ ਵਾਲਾ, ਉਹ ਆਪੇ ਹੀ ਪਸਾਰਾ ਪਸਾਰਦਾ, ਆਪੇ ਹੀ ਸਮੇਟ ਲੈਣ ਵਾਲਾ, ਸਾਰੇ ਦਾ ਸਾਰਾ ਪਸਾਰਾ ਸਮੇਟ ਕੇ ਉਹ ਇਕੱਲਾ ਹੀ ਬਾਕੀ ਰਹਿ ਜਾਂਦਾ। ਉਹਨੂੰ ਕਿਸੇ ਦੂਜੇ ਦੀ ਲੋੜ ਨਹੀਂ। ਜਿਹਨੂੰ ਗੁਰੂ ਬਾਬਾ ਜੀ ਕਹਿ ਦਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹੀ ਸਦੀਵ ਸੱਚ ਹੈ ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ। ਸਤਿਗੁਰੂ ਕਿਰਪਾ ਕਰਨ ਕਿਤੇ ਅਸੀਂ ਵੀ ਇਸ ਜਗਤ ਨੂੰ ਇੱਕ ਸੁਪਨਾ, ਇੱਕ ਤਮਾਸ਼ਾ ਸਮਝਦਿਆਂ ਹੋਇਆਂ ਇਹਦੇ ਨਾਲ ਮੋਹ, ਇਹਦੇ ਨਾਲ ਆਪਣੱਤ ਤੇ ਇਹਦੇ ਲੋਭ ਵਿੱਚ ਫਸਣ ਦੀ ਬਜਾਏ ਸਾਰਾ ਕੁਝ ਤਿਆਗ ਕੇ ਸਰੰਜਾਮ ਕਰ ਲਈਏ ਭਵਜਲ ਨੂੰ ਤਰਨ ਦਾ, ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਝੋਲੀਆਂ ਅੱਡ ਕੇ ਹੱਥ ਜੋੜ ਕੇ ਆਪਾਂ ਮੰਗਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਦੇ ਵਿੱਚ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਪਾਉਣ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਤਾਂ ਜੋ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਜਿਉ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।